ਹੈਲੋ ਸਟੂਡੈਂਟਸ, ਸਕੂਲ ਦੇ ਚੈਨਲ ਲਰਨਰਸ ਜੀਐਸਐਸ ਬੋਹਾ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਬਾਇਓਲੋਜੀ ਦਾ ਯੂਨਿਟ 2 ਕਰ ਰਹੇ ਹਾਂ। ਯੂਨਿਟ 2 ਦਾ ਚੈਪਟਰ 1 ਤੁਹਾਡੀ ਬੁੱਕ ਦਾ ਚੈਪਟਰ 5 ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ ਸਕਰੀਨ ਦੇ ਉੱਤੇ ਲਿਖਿਆ ਹੋਇਆ। ਅਸੀਂ ਇਹ ਚੈਪਟਰ ਕਰ ਰਹੇ ਹਾਂ। ਇਸ ਚੈਪਟਰ ਦੇ ਵਿੱਚ ਮੈਂ ਆਲਰੇਡੀ 2 ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ। ਤੁਸੀਂ ਸਾਰਿਆਂ ਨੇ ਉਹ ਵੀਡੀਓ ਸੁਣੀਆਂ ਨੇ ਤੇ ਆਪਣੇ ਨੋਟਸ ਵੀ ਬਣਾਏ ਨੇ। ਬਹੁਤ ਸਾਰੇ ਸਟੂਡੈਂਟਸ ਨੇ ਮੈਨੂੰ ਨੋਟਸ ਆਪਣੇ WhatsApp ਵੀ ਕੀਤੇ ਹੈ। ਸੋ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਜੁੜੇ ਹੋਏ ਹੋ ਤੇ ਲਗਾਤਾਰ ਜਿਹੜਾ ਹੈਗਾ ਵੀਡੀਓਜ਼ ਨੂੰ ਵੇਖ ਰਹੇ ਹੋ। ਬਟ ਬੇਟਾ ਕੁਝ ਕੁ ਸਟੂਡੈਂਟਸ ਦੀਆਂ ਕੁਐਰੀਜ਼ ਨੇ। ਸਭ ਤੋਂ ਪਹਿਲਾ ਡਾਊਟ ਜੋ ਆ ਰਿਹਾ ਸਟੂਡੈਂਟਸ ਦਾ ਕਿ ਅਸੀਂ ਯੂਨਿਟ 1 ਦੇ ਵਿੱਚੋਂ ਚੈਪਟਰ 2 ਤੇ 3 ਸਕਿਪ ਕਰਕੇ ਯੂਨਿਟ 2 ਦੇ ਉੱਤੇ ਕਿਉਂ ਆਏ ਹੈ। ਤਾਂ ਬੇਟਾ ਯੂਨਿਟ 1 ਦੇ ਜਿਹੜੇ 2 ਚੈਪਟਰਸ ਹੈਗੇ ਨੇ ਉਹਨਾਂ ਦੋਨਾਂ ਚੈਪਟਰਸ ਦੇ ਵਿੱਚ ਡਾਇਗਰਾਮਸ ਵਾਲੇ ਕੁਐਸਚਨਸ ਨੇ। ਡਾਇਗਰਾਮੈਟਿਕ ਕੁਐਸਚਨਸ ਨੂੰ ਇੱਥੇ ਸਕਰੀਨ ਦੇ ਉੱਤੇ ਕਰਵਾਉਣਾ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਕਿਉਂਕਿ ਬੇਸਿਕਲੀ ਉਹਦੇ ਵਿੱਚ ਮੈਂ ਤੁਹਾਨੂੰ ਡਾਇਗਰਾਮ ਸਿਖਾਉਣੀਆਂ ਨੇ ਕਿ ਡਾਇਗਰਾਮਸ ਕਿਸ ਤਰੀਕੇ ਨਾਲ ਡਰਾ ਕਰਨੀਆਂ ਨੇ। ਤਾਂ ਉਹ ਕਲਾਸਰੂਮ ਦਾ ਕੰਮ ਹੈ। ਇਸ ਕਰਕੇ ਬੇਟਾ ਮੈਂ ਤੁਹਾਡੇ ਕੋਲ ਯੂਨਿਟ 2 ਲੈ ਕੇ ਆਏ ਹਾਂ। ਸੈਕੰਡ ਬੇਟਾ ਹਰ ਇੱਕ ਟੀਚਰ ਦੀ ਆਪਣੀ ਪਲੈਨਿੰਗ ਹੁੰਦੀ ਹੈ। ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੇਖ ਰਹੇ ਹੋ। ਹਰ ਇੱਕ ਟੀਚਰ ਆਪਣੇ ਇੱਕ ਬਹੁਤ ਵਧੀਆ ਪਲਾਨ ਦੇ ਨਾਲ ਆਪਣੇ ਬੱਚਿਆਂ ਨੂੰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਮੇਰਾ ਜਿਹੜਾ ਤੁਹਾਡੇ ਲਈ ਪਲਾਨ ਹੈ ਉਹ ਪਲਾਨ ਇਹ ਹੈ ਕਿ ਆਪਣੇ ਕੋਲ ਟੋਟਲ 5 ਯੂਨਿਟਸ ਨੇ। ਉਹਦੇ ਵਿੱਚੋਂ ਪਹਿਲੀ ਯੂਨਿਟ ਦੇ ਵਿੱਚੋਂ ਮੈਂ ਤੁਹਾਡਾ ਇੱਕ ਬੇਸ ਤਿਆਰ ਕੀਤਾ ਹੈ। ਤੁਹਾਨੂੰ ਕਿਹੋ ਜਿਹੇ ਲਿੰਕਸ ਮੈਂ ਉਹਦੇ ਵਿੱਚ ਪੜ੍ਹਾਏ, ਜਿਹੜੇ ਲਿੰਕਸ ਜਿਹੜੇ ਬੇਸਿਕ ਚੀਜ਼ਾਂ ਤੁਹਾਨੂੰ ਇਸ ਜਾਂ ਅਗਲੀਆਂ ਯੂਨਿਟਸ ਦੇ ਵਿੱਚ ਕੰਮ ਆਉਣਗੀਆਂ। ਤਾਂ ਮੇਰਾ ਜੋ ਪਲਾਨ ਹੈ ਉਹ ਪਲਾਨ ਇਹ ਹੈ ਕਿ ਅਸੀਂ ਜਿੰਨੇ ਵੀ ਟਾਈਮ ਲੋਕਡਾਊਨ ਦੇ ਵਿੱਚ ਹੈ ਅਸੀਂ ਘਰੇ ਆਨਲਾਈਨ ਕਲਾਸਿਸ ਲੈ ਰਹੇ ਹਾਂ। ਤਾਂ ਇਸ ਲੋਕਡਾਊਨ ਪੀਰੀਅਡ ਦੇ ਵਿੱਚ ਮੈਂ ਤੁਹਾਨੂੰ ਸੈਕੰਡ ਯੂਨਿਟ ਕੰਪਲੀਟ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਸੈਕੰਡ ਯੂਨਿਟ ਦੇ ਜਿਹੜੇ ਤਿੰਨੋਂ ਚੈਪਟਰਸ ਹੈਗੇ ਨੇ ਬੜੇ ਇੰਟਰਸਟਿੰਗ ਚੈਪਟਰਸ ਨੇ ਔਰ ਉਸ ਦੇ ਲਈ ਸਾਨੂੰ ਜੇ ਅਸੀਂ ਸਕੂਲ ਦੇ ਵਿੱਚ ਕਰਵਾਉਣੇ ਫਿਰ ਵੀ ਬਹੁਤ ਸਾਰੀਆਂ ਵੀਡੀਓਜ਼ ਵੇਖਣੀਆਂ ਪੈਂਦੀਆਂ ਨੇ। ਤਾਂ ਇੱਥੇ ਬੜੇ ਈਜ਼ੀਲੀ ਮੈਂ ਤੁਹਾਨੂੰ ਵੀਡੀਓਜ਼ ਵੀ ਦਿਖਾ ਸਕਦਾ ਤੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਨਾਲ ਇਸ ਦੇ ਥਰੂ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਵਧੀਆ ਤਰੀਕੇ ਨਾਲ ਸਮਝਾ ਸਕਦਾ। ਸੋ ਆਪਾਂ ਆਪਣੀ ਪਲੈਨਿੰਗ ਦੇ ਨਾਲ ਹੀ ਚੱਲਣਾ ਹੈ। ਜੇ ਅਸੀਂ ਆਪਣੀ ਇਸ ਪਲੈਨਿੰਗ ਦੇ ਨਾਲ ਚੱਲਦੇ ਹੋਏ ਜੋ ਸਾਡਾ ਕੋਲ ਲੋਕਡਾਊਨ ਦਾ ਪੀਰੀਅਡ ਹੈ ਅਸੀਂ ਉਮੀਦ ਕਰਦੇ ਹਾਂ ਕਿ ਲੋਕਡਾਊਨ ਦਾ ਜੋ ਪੀਰੀਅਡ ਹੈ ਅੱਗੇ ਨਾ ਵਧੇ। ਸੋ ਜੇ ਅਸੀਂ ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਰਹਿੰਦੇ ਆਪਣੀ ਇਹ ਯੂਨਿਟ 2 ਕੰਪਲੀਟ ਕਰ ਲੈਂਦੇ ਹਾਂ ਤਾਂ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਅਸੀਂ ਬੜਾ ਪਲੱਸ ਪੁਆਇੰਟ ਲੈ ਕੇ ਚੱਲਾਂਗੇ ਜਦੋਂ ਅਸੀਂ ਆਪਣਾ ਮੇਨ ਸਿਲੇਬਸ ਸਟਾਰਟ ਕਰਨਾ। ਸੋ ਯੂਨਿਟ 2 ਦੇ 3 ਚੈਪਟਰਸ ਨੇ, ਤਿੰਨੋਂ ਬੜੇ ਇੰਪੋਰਟੈਂਟ ਚੈਪਟਰਸ ਨੇ, ਤਿੰਨੋਂ ਇੰਟਰਸਟਿੰਗ ਨੇ, ਤਿੰਨੋਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਨਲਾਈਨ ਟੀਚਿੰਗ ਦੇ ਥਰੂ ਕਰਵਾਇਆ ਜਾ ਸਕਦਾ। ਸੋ ਅਸੀਂ ਆਪਣੀ ਪਲੈਨਿੰਗ ਦੇ ਨਾਲ ਹੀ ਚੱਲਾਂਗੇ। ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਤੁਸੀਂ ਕੋਈ ਡਾਊਟ ਨਹੀਂ ਰੱਖਣਾ ਕਿ ਕੋਈ ਚੈਪਟਰ ਰਹਿ ਗਏ ਜਾਂ ਕੋਈ ਚੈਪਟਰ ਨਹੀਂ ਰਹਿਣ ਦਿੰਦਾ। ਮੈਂ ਤੁਹਾਨੂੰ ਚੈਪਟਰ ਕਰਵਾਉਣੇ ਆ, ਸਾਰੇ ਤੁਹਾਡੇ ਟੌਪਿਕ, ਸਾਰੇ ਤੁਹਾਡੇ ਚੈਪਟਰ ਕਵਰ ਕਰਵਾਉਂਗਾ। ਇਸ ਕਰਕੇ ਤੁਸੀਂ ਮੈਨੂੰ ਫੋਲੋ ਕਰਦੇ ਰਹੋ ਤੇ ਤੁਹਾਨੂੰ ਜੋ ਮੈਂ ਯੂਨਿਟ 2 ਹੁਣ ਕਰਵਾ ਰਹੇ ਹਾਂ ਇਸ ਯੂਨਿਟ 2 ਦਾ ਜੋ ਚੈਪਟਰ ਹੈ ਇਸ ਚੈਪਟਰ ਨੂੰ ਤੁਸੀਂ ਕਰੋ। ਬਹੁਤ ਸਾਰੇ ਸਟੂਡੈਂਟਸ ਵਧੀਆ ਕੰਮ ਕਰ ਰਹੇ, ਬਹੁਤ ਅੱਛਾ ਕੰਮ ਕਰ ਰਹੇ ਹੈ। ਅੱਛੇ ਨੋਟਸ ਬਣਾ ਕੇ ਬਹੁਤ ਵਧੀਆ ਕਈ ਸਟੂਡੈਂਟਸ ਨੇ ਤਾਂ ਕਲਰਡ ਪੈਨ ਯੂਜ਼ ਕਰਕੇ ਬਹੁਤ ਅੱਛੇ ਨੋਟਸ ਬਣਾਏ ਆ ਤੇ ਨੋਟਸ ਦੀਆਂ ਮੈਨੂੰ ਫੋਟੋਗ੍ਰਾਫਸ ਲਗਾਤਾਰ ਉਹ WhatsApp ਦੇ ਉੱਤੇ ਭੇਜ ਰਹੇ ਆ। ਤਾਂ ਬਹੁਤ ਅੱਛੀ ਗੱਲ ਹੈ ਬੇਟਾ, ਤੁਸੀਂ ਘਰੇ ਬੈਠੇ ਬਹੁਤ ਵਧੀਆ ਕੰਮ ਕਰ ਰਹੇ ਹੋ। ਇਸੇ ਤਰੀਕੇ ਨਾਲ ਹੀ ਜੁੜੇ ਰਹੋ। ਜੋ ਵੀ ਵੀਡੀਓ ਦਿੱਤੀ ਜਾਂਦੀ ਹੈ ਉਸ ਵੀਡੀਓ ਨੂੰ ਬੜੇ ਆਰਾਮ ਨਾਲ ਸੁਣੋ, ਪੌਜ਼ ਕਰਕੇ ਸਕਰੀਨ ਦੇ ਉੱਤੇ ਜੋ ਲਿਖਿਆ ਹੋਇਆ ਉਸ ਨੂੰ ਨੋਟ ਡਾਊਨ ਕਰੋ, ਆਪਣੇ ਨੋਟਸ ਬਣਾਉਂਦੇ ਰਹੋ। ਜੇ ਬੁੱਕ ਦੀ ਕਿਸੇ ਮਟੀਰੀਅਲ ਦੀ ਜ਼ਰੂਰਤ ਪੈਂਦੀ ਹੈ, ਕਿਸੇ ਬੱਚੇ ਨੂੰ PDF ਬੁੱਕ ਦਾ ਚਾਹੀਦਾ ਹੁੰਦਾ ਹੈ ਤਾਂ ਮੇਰੇ ਕੋਲ PDF ਅਵੇਲੇਬਲ ਹੈਗਾ। ਤਾਂ ਉਹ ਮੇਰੇ ਨਾਲ ਮੇਰੇ WhatsApp ਨੰਬਰ ਦੇ ਉੱਤੇ ਸਕਰੀਨ ਦੇ ਉੱਤੇ ਦਿੱਤਾ ਹੋਇਆ ਕੰਟੈਕਟ ਕਰ ਸਕਦਾ ਤਾਂ ਮੈਂ ਉਸ ਨੂੰ ਬੁੱਕ ਦਾ PDF ਵੀ ਅਵੇਲੇਬਲ ਕਰਵਾ ਦੂੰਗਾ। ਸੋ ਸਾਰੇ ਸਟੂਡੈਂਟਸ ਬੜੇ ਧਿਆਨ ਨਾਲ ਲੈਕਚਰ ਨੂੰ ਸੁਣੋ। ਹੁਣ ਅਸੀਂ ਸਟਾਰਟ ਕਰ ਰਹੇ ਹਾਂ ਆਪਣੀ ਬੁੱਕ ਦਾ ਯੂਨਿਟ 2 ਚੈਪਟਰ 5 ਤੇ ਇਸ ਚੈਪਟਰ 5 ਦਾ ਲਗਾਤਾਰ ਇਹ 3rd ਵੀਡੀਓ ਹੈ ਜੋ ਅਸੀਂ ਅੱਜ ਬਣਾ ਰਹੇ ਹਾਂ। ਇਸ ਤੋਂ ਪਹਿਲੇ ਦੋਨੋਂ ਵੀਡੀਓਜ਼ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਉਹਨਾਂ ਦੇ ਲਿੰਕ। ਸੋ ਜੇ ਕਿਸੇ ਸਟੂਡੈਂਟਸ ਨੇ ਉਹ ਨਹੀਂ ਸੁਣੀ ਪਹਿਲਾਂ ਉਹਨਾਂ ਦੋਨੋਂ ਵੀਡੀਓਜ਼ ਨੂੰ ਸੁਣੋ, ਫਿਰ ਲਿੰਕ ਜੋੜਨ ਦੇ ਲਈ ਇਸ ਤੀਸਰੀ ਵੀਡੀਓ ਤੋਂ ਸਟਾਰਟ ਕਰੋ। ਸੋ ਹੁਣ ਅਸੀਂ ਸਟਾਰਟ ਕਰ ਰਹੇ ਹਾਂ ਆਪਣਾ ਅੱਜ ਦਾ ਟੌਪਿਕ ਇਸ ਚੈਪਟਰ ਦੇ ਵਿੱਚ। ਚੈਪਟਰ ਦਾ ਨਾਮ ਹੈ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਪਿਆਰੇ ਵਿਦਿਆਰਥੀਓ, ਇਸ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੇ ਟੌਪਿਕਸ ਜੋ ਪਹਿਲਾਂ ਕਰਵਾਏ ਹੈ ਉਹਦੇ ਵਿੱਚ ਬੇਸਿਕ ਟਰਮਸ ਕਰਾਈਆਂ, ਪ੍ਰਿੰਸੀਪਲਸ ਜਿਹੜਾ ਹੈਗਾ ਹੈਰੀਡਿਟੀ ਕੀ ਹੈ, ਜੈਨੇਟਿਕਸ ਕੀ ਹੈ, ਸਿੰਪਲ ਜੋ ਬੇਸਿਕ ਟਰਮੀਨੋਲੋਜੀ ਕਰਵਾਈ ਹੈ, ਗ੍ਰੇਗਰ ਜੋਹਨ ਮੈਂਡਲ ਦੀ ਲਾਈਫ ਹਿਸਟਰੀ ਬਾਰੇ ਅਸੀਂ ਸਟੱਡੀ ਕੀਤਾ ਹੈ। ਉਸ ਤੋਂ ਬਾਅਦ ਉਹਨਾਂ ਦੇ ਜੋ ਪੀ ਪਲਾਂਟ ਹੈ ਉਸ ਪੀ ਪਲਾਂਟ ਦੇ ਜਿੰਨੇ ਵੀ ਕੰਟਰਾਸਟਿੰਗ ਕਰੈਕਟਰਸ ਹੈਗੇ ਨੇ ਉਹਨਾਂ ਸਾਰੇ ਕਰੈਕਟਰਸ ਨੂੰ ਅਸੀਂ ਵੇਖਿਆ ਹੈ। ਦੈਨ ਇਹਨਾਂ ਦੀ ਜੋ ਟੈਕਨੀਕ ਰਹੀ ਹੈ ਜਿਹਦੇ ਵਿੱਚ ਮੋਨੋ ਹਾਈਬ੍ਰਿਡ ਕ੍ਰਾਸ ਦੀ ਅਸੀਂ ਗੱਲ ਕੀਤੀ ਹੈ। ਮੋਨੋ ਹਾਈਬ੍ਰਿਡ ਕ੍ਰਾਸ ਦੇ ਜੋ ਕਨਕਲੂਜ਼ਨਸ ਰਹੇ ਨੇ ਉਹ ਕਨਕਲੂਜ਼ਨਸ ਤੇ ਉਹਨਾਂ ਤੋਂ ਜਿਹੜੇ ਲੌਜ਼ ਬਣਾਏ ਹੈ। ਇਸ ਤੋਂ ਬਾਅਦ 'ਚ ਅਸੀਂ ਅੱਜ ਦਾ ਆਪਣਾ ਟੌਪਿਕ ਜਿਹੜਾ ਹੈਗਾ ਉਹ ਮੈਂਡਲਸ ਡਾਈ ਹਾਈਬ੍ਰਿਡ ਕ੍ਰਾਸ ਵੱਲ ਜਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਆਪਣਾ ਮੋਨੋ ਹਾਈਬ੍ਰਿਡ ਕ੍ਰਾਸ ਦਾ ਜੋ ਟੌਪਿਕ ਸੀਗਾ ਉਸ ਟੌਪਿਕ ਨੂੰ ਥੋੜ੍ਹਾ ਜਿਹਾ
ਲੈਣਾ ਕਿ ਉਸ ਦੇ ਵਿੱਚ ਕੀ ਕੁਛ ਆਪਣੇ ਕੋਲੇ ਸੀ। ਥੋੜ੍ਹਾ ਜਿਹਾ ਅਸੀਂ ਇੱਕ ਵਾਰੀ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਦੇ ਵਿੱਚ ਕੀ ਸੀ ਬੇਟਾ, ਇੱਕ ਕ੍ਰੋਸ ਜਿਹੜਾ ਸਿਰਫ ਇੱਕ ਹੀ ਕਰੈਕਟਰ ਨੂੰ ਲੈ ਕੇ ਕੀਤਾ ਜਾਂਦਾ ਹੈ, ਉਸ ਨੂੰ ਅਸੀਂ ਮੋਨੋ ਹਾਈਬ੍ਰਿਡ ਕ੍ਰੋਸ ਬੋਲਦੇ ਹਾਂ। ਤਾਂ ਮੋਨੋ ਹਾਈਬ੍ਰਿਡ ਕ੍ਰੋਸ ਦੇ ਵਿੱਚ ਜੋ ਅਸੀਂ ਗੱਲ ਕੀਤੀ ਸੀ ਕਿ ਇੱਕ ਪਿਓਰ ਟਾਲ ਪਲਾਂਟ ਹੈ, ਉਸ ਪਿਓਰ ਟਾਲ ਪਲਾਂਟ ਦਾ ਜਿਹੜਾ ਪਿਓਰ ਡਵਾਰਫ ਪਲਾਂਟ ਦੇ ਨਾਲ ਅਸੀਂ ਕ੍ਰੋਸ ਕੀਤਾ ਹੈ। ਤਾਂ ਸਾਡੇ ਕੋਲੇ F1 ਜਨਰੇਸ਼ਨ ਆਈ ਹੈ। F1 ਜਨਰੇਸ਼ਨ ਦੇ ਵਿੱਚ ਜਿੰਨੇ ਵੀ ਸਾਡੇ ਕੋਲੇ ਆਏ ਸੀ ਉਹ ਸਾਰੇ ਟਾਲ ਪਲਾਂਟਸ ਆਏ ਸੀ। ਤਾਂ F1 ਦੇ ਸਾਰੇ ਟਾਲ ਪਲਾਂਟਸ ਦਾ ਜਦੋਂ ਅਸੀਂ ਸੈਲਫਿੰਗ ਕਰਵਾਈ ਤਾਂ ਸਾਡੇ ਕੋਲੇ F2 ਜਨਰੇਸ਼ਨ ਆਈ, ਅਤੇ F2 ਦੇ ਵਿੱਚ ਸਾਡੇ ਕੋਲੇ 3:1 ਆਈ ਹੈ। 3 ਪਲਾਂਟਸ ਟਾਲ ਪਲਾਂਟ ਹੈ ਅਤੇ 1 ਪਲਾਂਟ ਜਿਹੜਾ ਹੈਗਾ ਉਹ ਡਵਾਰਫ ਪਲਾਂਟ ਆਇਆ ਹੈ। ਤਾਂ ਇਸ ਰੇਸ਼ੀਓ ਨੂੰ ਯੂਜ਼ ਕਰਕੇ, ਇਹਨਾਂ ਆਬਜ਼ਰਵੇਸ਼ਨਸ ਨੂੰ ਅਸੀਂ ਯੂਜ਼ ਕਰਕੇ ਦੋ ਲਾਜ਼ ਜਿਹੜੇ ਹੈਗੇ ਨੇ ਉਹ ਪੜ੍ਹੇ ਸੀ। ਤਾਂ ਸਾਡੇ ਕੋਲ ਕਿਹੜੇ ਕਨਕਲੂਜ਼ਨਸ ਆ ਰਹੇ ਹੈ, ਉਹਨਾਂ ਤੋਂ ਕਿਹੜੇ ਲਾਜ਼ ਬਣਾਏ ਆ। ਸਭ ਤੋਂ ਪਹਿਲਾਂ ਅਸੀਂ ਲਾਅ ਬਣਾਇਆ ਸੀ ਲਾਅ ਆਫ ਯੂਨਿਟ ਔਰ ਪੇਅਰਡ ਫੈਕਟਰਸ। ਅਕੋਰਡਿੰਗ ਟੂ ਦਿਸ ਲਾਅ ਵੇਰੀਅਸ ਹੈਰੀਡਿਟਰੀ ਕਰੈਕਟਰਸ ਆਰ ਕੰਟਰੋਲਡ ਬਾਈ ਫੈਕਟਰਸ ਐਂਡ ਦੇਰ ਇਜ਼ ਪੇਅਰ ਆਫ ਫੈਕਟਰਸ ਫॉर ਈਚ ਕਰੈਕਟਰ। ਅਤੇ ਇੱਕ ਕਰੈਕਟਰ ਨੂੰ ਕੰਟਰੋਲ ਕਰਨ ਦੇ ਲਈ ਫੈਕਟਰਸ ਦਾ ਕੀ ਇੱਕ ਪੇਅਰ ਹੈ। ਫੈਕਟਰ ਕੀ ਹੈ? ਫੈਕਟਰ ਜਿਹੜਾ ਕਿਸੇ ਵੀ ਕਰੈਕਟਰ ਨੂੰ ਕੰਟਰੋਲ ਕਰ ਰਿਹਾ ਹੈ। ਦੈਨ ਸੈਕੰਡ ਲਾਅ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜੇ ਦੋ ਫੈਕਟਰਸ ਇੱਕ ਕਰੈਕਟਰ ਨੂੰ ਕੰਟਰੋਲ ਕਰ ਰਹੇ ਹੈ, ਆਊਟ ਆਫ ਦੀਜ਼ ਟੂ ਇੱਕ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਂਦਾ ਹੈ, ਅਤੇ ਜਿਹੜਾ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਦੈਟ ਇਜ਼ ਕਾਲਡ ਡੋਮੀਨੈਂਟ, ਅਤੇ ਅਦਰ ਵਨ ਜਿਹੜਾ ਆਪਣੇ ਆਪ ਨੂੰ ਵਿੱਚ ਡੂ ਨਾਟ ਐਕਸਪ੍ਰੈਸ ਇਟ ਸੈਲਫ ਇਜ਼ ਕਾਲਡ ਰਿਸੈਸਿਵ। ਇਹਦਾ ਮਤਲਬ ਸਾਡੇ ਕੋਲ ਦੋ ਸੀ, ਡੋਮੀਨੈਂਟ ਐਂਡ ਰਿਸੈਸਿਵ। ਇਹ ਡੋਮੀਨੈਂਟ ਅਤੇ ਰਿਸੈਸਿਵ ਦਾ ਜਿਹੜਾ ਹੈਗਾ ਅਸੀਂ ਬੇਟਾ ਇਸ ਦੇ ਨਾਲ ਹੀ ਰਿਲੇਟਡ ਲਾਅ ਆਫ ਡੋਮੀਨੈਂਸ ਜਿਹੜਾ ਹੈਗਾ ਉਹ ਪੜ੍ਹਿਆ ਸੀ। ਇਸ ਤੋਂ ਬਾਅਦ ਦੇ ਵਿੱਚ ਅਸੀਂ ਅੱਗੇ ਜਾਂਦੇ ਹਾਂ। ਅੱਗੇ ਜਿਹੜਾ ਹੈਗਾ ਬੇਟਾ ਆਪਾਂ ਅੱਜ ਪੜ੍ਹਨਾ ਹੈਗਾ ਲਾਅ ਆਫ ਸੈਗਰੀਗੇਸ਼ਨ। ਇੱਥੋਂ ਤੱਕ ਅਸੀਂ ਕਰ ਲਿਆ ਸੀ। ਲਾਅ ਆਫ ਸੈਗਰੀਗੇਸ਼ਨ ਅਸੀਂ ਨਹੀਂ ਸੀ ਕੀਤਾ, ਲਾਅ ਆਫ ਸੈਗਰੀਗੇਸ਼ਨ ਅਸੀਂ ਹੁਣ ਕਰਨਾ ਹੈ। ਤਾਂ ਬੇਟਾ ਲਾਅ ਆਫ ਸੈਗਰੀਗੇਸ਼ਨ, ਸੈਗਰੀਗੇਟ ਹੋ ਜਾਣਾ। ਅਕੋਰਡਿੰਗ ਟੂ ਲਾਅ ਆਫ ਸੈਗਰੀਗੇਸ਼ਨ ਦ ਫੈਕਟਰਸ ਆਫ ਈਚ ਕਰੈਕਟਰ, ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਫੈਕਟਰ ਨੂੰ ਕੰਟਰੋਲ ਕਰਦੇ ਨੇ, ਇੱਕ ਕਰੈਕਟਰ ਨੂੰ ਕੰਟਰੋਲ ਕਰਦੇ ਨੇ ਫੈਕਟਰਸ। ਕਿੰਨੇ ਫੈਕਟਰ ਕੰਟਰੋਲ ਕਰਦੇ ਆ? 2। ਲਾਅ ਆਫ ਯੂਨਿਟ ਫੈਕਟਰਸ ਹੈਗਾ। ਜਿਹੜੇ ਦੋਨੋਂ ਫੈਕਟਰਸ ਹੈਗੇ ਨੇ ਦੇ ਸੈਗਰੀਗੇਟ ਡਿਊਰਿੰਗ ਦਾ ਗੈਮੀਟ ਫਾਰਮੇਸ਼ਨ। ਜਦੋਂ ਗੈਮੀਟ ਫਾਰਮੇਸ਼ਨ ਹੋਣੀ ਹੈ ਤਾਂ ਇਹ ਇੱਕ ਦੂਸਰੇ ਤੋਂ ਸੈਗਰੀਗੇਟ ਹੋ ਜਾਂਦੇ ਹੈ, ਸੋ ਦੈਟ ਈਚ ਗੈਮੀਟ ਰਿਸੀਵ ਓਨਲੀ 1 ਫੈਕਟਰ ਆਫ ਈਚ ਕਰੈਕਟਰ, ਸੋ ਦੈਟ ਕਿ ਇੱਕ ਗੈਮੀਟ ਕੋਲੇ ਇੱਕ ਕਰੈਕਟਰ ਦਾ ਇੱਕੋ ਹੀ ਫੈਕਟਰ ਆਵੇ। ਕਹਿਣ ਦਾ ਮਤਲਬ ਕੀ ਹੈ, ਜਿਵੇਂ ਅਸੀਂ ਗੱਲ ਕਰੀਏ ਕਿ ਸਾਡੇ ਕੋਲ ਇੱਕ ਪਲਾਂਟ ਹੈ, ਉਹ ਪਿਓਰ ਟਾਲ ਪਲਾਂਟ ਹੈ, ਅਸੀਂ ਉਸ ਦਾ ਕ੍ਰੋਸ ਜਿਹੜਾ ਪਿਓਰ ਡਵਾਰਫ ਪਲਾਂਟ ਨਾਲ ਕਰ ਰਹੇ ਹਾਂ। ਤਾਂ ਇਹ ਸਾਡੇ ਕੋਲੇ ਪੇਰੈਂਟਸ ਹੈਗੇ ਨੇ। ਪੇਰੈਂਟਸ ਤੋਂ ਬਾਅਦ ਸਾਡੇ ਕੋਲੇ ਬਣਨੇ ਨੇ ਗੈਮੀਟਸ। ਗੈਮੀਟਸ ਦੀ ਆਪਸ ਦੇ ਵਿੱਚ ਫਿਊਜ਼ਨ ਹੋਣੀ ਹੈ, ਫਿਰ ਹੀ ਆਪਣੇ ਕੋਲੇ ਜਾ ਕੇ ਜਿਹੜਾ ਹੈਗਾ ਉਹ F1 ਜਨਰੇਸ਼ਨ ਆਉਣੀ ਹੈ। ਤਾਂ ਇਸ ਲਾਅ ਦੇ ਅਕੋਰਡਿੰਗਲੀ ਦ ਫੈਕਟਰਸ ਆਫ ਈਚ ਕਰੈਕਟਰ, ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਦੋ ਫੈਕਟਰਸ, ਆ ਦੋਨੋਂ ਫੈਕਟਰਸ ਨੇ ਜਿਹੜੇ ਇਹ ਹਾਈਟ ਦੇ ਕਰੈਕਟਰ ਨੂੰ, ਟਾਲਨੈਸ ਨੂੰ ਕੰਟਰੋਲ ਕਰ ਰਹੇ ਨੇ। ਦੇ ਸੈਗਰੀਗੇਟ, ਇੱਕ ਦੂਸਰੇ ਤੋਂ ਸੈਪਰੇਟ ਹੋ ਜਾਂਦੇ ਨੇ। ਕਦੋਂ? ਡਿਊਰਿੰਗ ਗੈਮੀਟ ਫਾਰਮੇਸ਼ਨ। ਜਦੋਂ ਗੈਮੀਟਸ ਬਣ ਗਏ ਤਾਂ ਇਹਦੇ ਗੈਮੀਟਸ ਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਕੋਲ ਇੱਕ ਇਹ ਗੈਮੀਟ ਬਣ ਗਿਆ, ਇੱਕ ਇਹ ਗੈਮੀਟ ਬਣ ਗਿਆ, ਤਾਂ ਦੋਨੋਂ ਫੈਕਟਰਸ ਸੈਗਰੀਗੇਟ ਹੋ ਗਏ, ਇੱਕ ਦੂਸਰੇ ਤੋਂ ਅਲੱਗ-ਅਲੱਗ ਹੋ ਗਏ। ਸਿਮਿਲਰਲੀ ਜੇ ਮੈਂ ਇੱਧਰ ਗੱਲ ਕਰਾਂ, ਡਿਊਰਿੰਗ ਗੈਮੀਟ ਫਾਰਮੇਸ਼ਨ ਦੋਨੋਂ ਫੈਕਟਰਸ ਇੱਕ ਦੂਸਰੇ ਤੋਂ ਸੈਪਰੇਟ ਹੋ ਰਹੇ ਹੈ, ਸੋ ਦੈਟ ਈਚ ਗੈਮੀਟ ਰਿਸੀਵਸ, ਇਹ ਸਾਡੇ ਕੋਲ ਇੱਕ ਗੈਮੀਟ ਹੈ, ਇੱਕ ਗੈਮੀਟ ਕੋਲੇ ਕੀ ਆ ਰਿਹਾ ਹੈ, ਇੱਕ ਕਰੈਕਟਰ ਦਾ ਸਿਰਫ ਇੱਕੋ ਹੀ ਫੈਕਟਰ ਆ ਰਿਹਾ ਹੈ। ਸੋ ਇਹ ਹੈ ਲਾਅ ਆਫ ਸੈਗਰੀਗੇਸ਼ਨ। ਦੈਨ ਬੇਟਾ ਫਰਦਰ ਜਿਹੜਾ ਹੈਗਾ ਅਸੀਂ ਦੇਖਦੇ ਹਾਂ ਕਿ ਇਹ ਕੰਬਾਈਨ ਕਿਸ ਤਰ੍ਹਾਂ ਕਰਦੇ ਹੈਗੇ ਆ। ਸਾਡੇ ਕੋਲੇ ਇੱਕ ਇੱਧਰੋਂ ਆ ਗਿਆ, ਇੱਕ ਇੱਥੋਂ ਆ ਗਿਆ, ਤਾਂ ਕੈਪੀਟਲ T ਸਮੋਲ t, ਕੈਪੀਟਲ T ਸਮੋਲ t, ਕੈਪੀਟਲ T ਸਮੋਲ t, ਕੈਪੀਟਲ T ਸਮੋਲ t। ਤਾਂ ਇੱਥੇ ਜੇ ਮੈਂ ਲਾਅ ਆਫ ਡੋਮੀਨੈਂਸ ਲਗਾਉਣਾ ਤਾਂ ਅਕੋਰਡਿੰਗ ਟੂ ਲਾਅ ਆਫ ਡੋਮੀਨੈਂਸ ਜਿਹੜੇ ਦੋ ਫੈਕਟਰਸ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਡੋਮੀਨੈਂਟ ਹੈ। ਜੇ ਕੈਪੀਟਲ T ਡੋਮੀਨੈਂਟ ਹੈ ਤਾਂ ਮਤਲਬ ਕੀ ਆ ਗਿਆ, ਇਹ ਟਾਲ, ਇਹ ਵੀ ਟਾਲ ਆ ਗਿਆ, ਇਹ ਵੀ ਟਾਲ ਆ ਗਿਆ, ਇਹ ਵੀ ਟਾਲ ਆ ਗਿਆ। ਇਟ ਮੀਨਸ ਬੇਟਾ ਕਿ ਅਸੀਂ ਇਸ ਦੇ ਵਿੱਚ ਇਹ ਗੱਲ ਵੇਖੀ ਹੈ ਕਿ ਜਦੋਂ ਫੈਕਟਰ ਸੈਗਰੀਗੇਟ ਹੋ ਜਾਂਦੇ ਨੇ ਤਾਂ ਉਹਨਾਂ ਦੇ ਸੈਗਰੀਗੇਟ ਹੋਣ ਦੇ ਨਾਲ ਇੱਕ ਗੈਮੀਟ ਕੋਲੇ ਸਿਰਫ ਇੱਕ ਹੀ ਜਿਹੜਾ ਹੈਗਾ ਫੈਕਟਰ ਉਹ ਈਚ ਟਾਈਪ ਦਾ ਜਿਹੜਾ ਉਹ ਜਾ ਰਿਹਾ ਹੈ। ਸੋ ਬੇਟਾ ਇਹ ਲਾਅ ਆਫ ਸੈਗਰੀਗੇਸ਼ਨ ਹੈ। ਅਸੀਂ ਇਸ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਸ ਤਰ੍ਹਾਂ ਇਹ ਆਪਾਂ ਡਰਾ ਕੀਤਾ ਸੀ ਕਿ ਸਾਡੇ ਕੋਲੇ ਪੇਰੈਂਟਸ ਹੈਗੇ ਨੇ
ਉਹਨਾਂ ਦੀ ਇਹ ਜੀਨੋਟਾਈਪ ਹੈ, ਦੈਨ ਗੈਮੀਟਸ ਬਣ ਗਏ, ਦੈਨ F1 ਜਨਰੇਸ਼ਨ ਆ ਗਈ। ਤਾਂ ਇਸ ਦੇ ਵਿੱਚ ਬੇਟਾ ਸਾਰੀਆਂ ਗੱਲਾਂ ਸਾਡੇ ਕੋਲ ਸਾਹਮਣੇ ਆ ਜਾਂਦੀਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਇੱਥੇ ਜਿਹੜਾ ਸਭ ਤੋਂ ਪਹਿਲਾਂ ਜੋ ਆਪਣੇ ਕੋਲੇ ਲੱਗ ਰਿਹਾ ਹੈ ਉਹ ਹੈ ਲਾਅ ਆਫ ਪੇਅਰਡ ਫੈਕਟਰਸ। ਕਿਹੜੇ ਫੈਕਟਰਸ ਨੇ ਉਹ ਪੇਅਰਸ ਦੇ ਵਿੱਚ ਹੁੰਦੇ ਹੈ। ਦੈਨ ਇੱਥੇ ਦੋਨੋਂ ਇੱਕ ਦੂਸਰੇ ਤੋਂ ਸੈਪਰੇਟ ਹੋ ਜਾਂਦੇ ਆ, ਤਾਂ ਸੈਪਰੇਟ ਹੋਣ ਕਰਕੇ ਇੱਥੇ ਲੱਗ ਜਾਂਦਾ ਲਾਅ ਆਫ ਸੈਗਰੀਗੇਸ਼ਨ। ਲਾਅ ਆਫ ਸੈਗਰੀਗੇਸ਼ਨ ਤੋਂ ਬਾਅਦ ਦੇ ਵਿੱਚ ਜੋ ਸਾਡੇ ਕੋਲ F1 ਇੰਡੀਵਿਜੂਅਲ ਆ ਰਿਹਾ ਹੈ, ਇਸ ਦੀ ਜੋ ਆਪਣੇ ਕੋਲੇ ਹੈਗੀ ਆ ਉਹ ਸਾਡੇ ਕੋਲੇ ਹੈ ਕੈਪੀਟਲ T ਸਮਾਲ t, ਬਟ ਅਸੀਂ ਇਸ ਨੂੰ ਲਿਖਦੇ ਹਾਂ ਟੌਲ ਇਸ ਕਰਕੇ ਲਿਖ ਰਹੇ ਹਾਂ ਕਿਉਂਕਿ ਇਹਦੇ ਜਿਹੜੇ ਦੋ ਫੈਕਟਰਸ ਨੇ, ਦੋ ਫੈਕਟਰਸ ਇਹ ਵਾਲੇ ਹੈਗੇ ਨੇ ਕੈਪੀਟਲ T ਐਂਡ ਸਮਾਲ t। ਇਹਨਾਂ ਦੇ ਵਿੱਚੋਂ ਇੱਕ ਫੈਕਟਰ ਜਿਹੜਾ ਹੈਗਾ ਉਹ ਡੋਮੀਨੇਟ ਕਰ ਰਿਹਾ ਹੈ ਅਤੇ ਦੂਸਰਾ ਫੈਕਟਰ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਰਿਹਾ। ਜਿਹੜਾ ਫੈਕਟਰ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਿਹਾ ਹੈ ਉਹ ਡੋਮੀਨੈਂਟ ਹੈ ਅਤੇ ਦੂਸਰਾ ਕੀ ਹੈ, ਰਿਸੈਸਿਵ। ਇਟ ਮੀਨਸ ਜਿਹੜੀ ਇਹ ਡਾਇਗਰਾਮ ਤੁਹਾਡੇ ਕੋਲੇ ਜਿਹੜਾ ਕ੍ਰਾਸ ਤੁਹਾਡੇ ਸਾਹਮਣੇ ਇੱਥੇ ਦਿਖਾਇਆ ਹੋਇਆ ਹੈ, ਇਸ ਕ੍ਰਾਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਥੇ ਅਸੀਂ ਗੱਲ ਕੀਤੀ ਹੈ ਲਾਅ ਆਫ ਪੇਅਰਡ ਫੈਕਟਰਸ ਦੀ, ਫਿਰ ਲਾਅ ਆਫ ਸੈਗਰੀਗੇਸ਼ਨ, ਦੈਨ ਲਾਅ ਆਫ ਡੋਮੀਨੈਂਸ। ਤਾਂ ਇਹ ਮੋਨੋ ਹਾਈਬ੍ਰਿਡ ਕ੍ਰਾਸ ਦੇ ਵਿੱਚੋਂ ਤਿੰਨੋਂ ਕਨਕਲੂਜ਼ਨ ਜਿਹੜੇ ਬੜੇ ਵਧੀਆ ਤਰੀਕੇ ਨਾਲ ਸਮਝ ਆ ਜਾਂਦੇ ਆ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਇਸ ਕ੍ਰਾਸ ਨੂੰ ਵੇਖ ਕੇ ਸਮਝ ਲੱਗ ਗਏ ਹੋਣਗੇ ਕਿ ਲਾਅ ਆਫ ਡੋਮੀਨੈਂਸ ਕੀ ਹੈ, ਤਾਂ ਇੱਥੇ ਲਾਅ ਆਫ ਪੇਅਰਡ ਫੈਕਟਰਸ ਕੀ ਹੈ, ਅਤੇ ਇੱਥੇ ਲਾਅ ਆਫ ਸੈਗਰੀਗੇਸ਼ਨ ਕੀ ਹੈ। ਤਾਂ ਤਿੰਨੋਂ ਲਾਅਜ਼ ਨੂੰ ਅਸੀਂ F1 ਇਸ ਦਾ ਜੋ ਮੈਂਡਲ ਦਾ ਮੋਨੋ ਹਾਈਬ੍ਰਿਡ ਕ੍ਰਾਸ ਹੈ ਉਸ ਮੋਨੋ ਹਾਈਬ੍ਰਿਡ ਕ੍ਰਾਸ ਦੇ ਥਰੂ ਸਮਝਿਆ। ਸੋ ਬੇਟਾ ਇਹ ਸੀ ਆਪਣਾ ਮੋਨੋ ਹਾਈਬ੍ਰਿਡ ਕ੍ਰਾਸ। ਹੁਣ ਜੇ ਅਸੀਂ ਇੱਥੇ ਗੱਲ ਕਰੀਏ, ਮੈਂ ਤੁਹਾਨੂੰ ਇੱਥੇ ਗੱਲ ਦੱਸੀ ਹੈ ਕਿ ਇਹ ਸੈਗਰੀਗੇਟ ਹੋ ਰਹੇ ਹੈ। ਤੁਹਾਡੇ ਯਾਦ ਹੋਵੇ ਬੇਟਾ ਮੈਂ ਗੱਲ ਕੀਤੀ ਸੀ ਮੈਂਡਲ ਦੀ ਕਿ ਮੈਂਡਲ ਦਾ ਕੰਮ ਆਪਣੇ ਟਾਈਮ ਤੋਂ ਬਹੁਤ ਜ਼ਿਆਦਾ ਐਡਵਾਂਸ ਸੀ। ਤੁਸੀਂ ਜੇ ਬੇਟਾ ਥੋੜ੍ਹਾ ਜਿਹਾ ਆਪਣੇ ਪਿੱਛੇ ਜਾਓ, ਰਿਵਾਈਂਡ ਕਰੋ ਕਿ ਕਦੋਂ ਇਹਨਾਂ ਨੇ ਜਿਹੜਾ ਹੈਗਾ ਆਪਣਾ ਰਿਜ਼ਲਟ ਦਿੱਤਾ ਸੀ, ਕਦੋਂ ਰੀਡਿਸਕਵਰੀ ਹੋਈ ਸੀ, ਤਾਂ ਬੇਟਾ ਤੁਹਾਡੇ ਮਾਈਂਡ ਦੇ ਵਿੱਚ ਆਊਗੀ ਗੱਲ ਕਿ 1866 ਦੇ ਵਿੱਚ ਇਹ ਆਪਣਾ ਕੰਮ ਪਬਲਿਸ਼ ਕਰ ਰਹੇ ਹੈ ਅਤੇ ਆਫਟਰ ਡੈਥ ਜਿਹੜਾ ਹੈਗਾ ਇਹਨਾਂ ਦਾ ਕੰਮ 1902 ਦੇ ਵਿੱਚ ਜਾ ਕੇ ਉਹ ਦੁਬਾਰਾ ਕੰਮ ਹੁੰਦਾ, ਰੀਡਿਸਕਵਰੀ ਹੁੰਦੀ ਹੈ ਇਹਨਾਂ ਦੇ ਕੰਮ ਦੀ। ਤਾਂ ਉਹ ਤਿੰਨ ਸਾਇੰਟਿਸਟ ਸੀਗੇ, ਉਹਨਾਂ ਦੇ ਨਾਮ ਵੀ ਯਾਦ ਕਰਵਾਏ ਸੀ। ਤਾਂ ਉੱਥੇ ਜਦੋਂ ਮੈਂ ਗੱਲ ਕੀਤੀ ਸੀ ਕਿ ਮੈਂਡਲ ਨੂੰ ਕ੍ਰੈਡਿਟ ਕਿਉਂ ਨਹੀਂ ਮਿਲਿਆ, ਤਾਂ ਇੱਕ ਮੈਂ ਗੱਲ ਕੀਤੀ ਸੀ ਕਿ ਉਹਨਾਂ ਦਾ ਕੰਮ ਆਪਣੇ ਟਾਈਮ ਤੋਂ ਬਹੁਤ ਜ਼ਿਆਦਾ ਐਡਵਾਂਸ ਸੀ। ਤਾਂ ਤੁਸੀਂ ਬੇਟਾ ਦੇਖੋ ਗੱਲ ਇੱਥੇ ਕਿ ਉਹਨਾਂ ਨੇ ਇਹ ਗੱਲ ਕੀਤੀ ਕਿ ਸਾਡੇ ਕੋਲੇ ਲਾਅ ਆਫ ਸੈਗਰੀਗੇਸ਼ਨ ਦੇ ਵਿੱਚ ਕਿ ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਦੋ ਫੈਕਟਰਸ ਨੇ ਅਤੇ ਦੋਨੋਂ ਫੈਕਟਰ ਸੈਗਰੀਗੇਟ ਹੋ ਰਹੇ ਨੇ ਐਟ ਦਾ ਟਾਈਮ ਆਫ ਗੈਮੀਟ ਫਾਰਮੇਸ਼ਨ। ਤਾਂ ਬੇਟਾ ਹੁਣ ਇਹ ਗੱਲ ਜੇ ਦੇਖੀ ਜਾਵੇ, ਇਹ ਗੱਲ ਜਾ ਕੇ ਸਾਡੇ ਕੋਲੇ ਜੁੜ ਰਹੀ ਹੈ ਮਿਓਸਿਸ ਦੇ ਪ੍ਰੋਸੈਸ ਨਾਲ। ਕਿਉਂਕਿ ਮਿਓਸਿਸ ਦਾ ਪ੍ਰੋਸੈਸ ਕੀ ਹੁੰਦਾ ਹੈ ਕਿ ਜਦੋਂ ਗੈਮੀਟ ਫਾਰਮੇਸ਼ਨ ਹੁੰਦੀ ਹੈ ਤਾਂ ਕ੍ਰੋਮੋਸੋਮ ਨੰਬਰ ਹਾਫ ਰਹਿ ਜਾਂਦਾ ਸੀ। ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਗੱਲ ਕਰਦੇ ਹਾਂ ਕਿ ਜੇ ਸਾਡੇ ਕੋਲੇ ਮੇਲ ਦੇ ਵਿੱਚ ਕ੍ਰੋਮੋਸੋਮਸ ਜਿਹੜੇ ਹੈਗੇ ਨੇ, ਕ੍ਰੋਮੋਸੋਮਸ ਦੀ ਗਿਣਤੀ 46 ਹੈ, ਇਹਦਾ ਮਤਲਬ 23 ਪੇਅਰਸ ਨੇ। ਅਸੀਂ ਉਹਨਾਂ ਨੂੰ ਲਿਖ ਦਿੰਦੇ ਹਾਂ, ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਲਿਖਾਂਗੇ ਕਿ 44 + XY। ਜੇ ਅਸੀਂ ਮੇਲ ਦੀ ਗੱਲ ਕਰੀਏ, ਫੀਮੇਲ ਦੀ ਗੱਲ ਕਰਾਂਗੇ ਅਸੀਂ ਲਿਖਾਂਗੇ 44 + XX। ਆਟੋਸੋਮਸ ਨੇ, ਸੈਕਸ ਕ੍ਰੋਮੋਸੋਮਸ ਨੇ, ਇਹ ਮੇਲ ਦੇ ਹੈਗੇ ਨੇ XY, ਫੀਮੇਲ ਦੇ ਹੈਗੇ ਨੇ XX। ਤਾਂ ਗੈਮੀਟ ਫਾਰਮੇਸ਼ਨ ਦੇ ਟਾਈਮ 'ਤੇ ਕੀ ਹੁੰਦਾ ਹੈ, ਗੈਮੀਟ ਫਾਰਮੇਸ਼ਨ ਦੇ ਟਾਈਮ 'ਤੇ ਮਿਓਸਿਸ ਹੁੰਦੀ ਹੈ। ਮਿਓਸਿਸ ਹੋਣ ਦੇ ਨਾਲ ਕ੍ਰੋਮੋਸੋਮ ਨੰਬਰ ਜਿਹੜਾ ਹੈਗਾ ਉਹ ਹਾਫ ਰਹਿ ਜਾਣਾ ਹੁੰਦਾ ਹੈ। ਤਾਂ 22 ਇਹਦੇ ਕੋਲੇ ਆ ਗਏ ਇਸ ਦੇ ਵਿੱਚੋਂ, ਅਤੇ ਦੂਸਰੇ ਪਾਸਿਓਂ ਆ ਗਿਆ X, ਦੂਸਰੇ ਗੈਮੀਟ ਕੋਲੇ ਆ ਗਏ 22 + ਕੀ ਆ ਗਿਆ Y। ਸਿਮਿਲਰਲੀ ਇਹਦੇ ਵੀ ਜਿਹੜੇ ਬਣ ਗਏ ਉਹ ਬਣ ਗਏ 22 + X, 22 + X। ਇਹਦਾ ਮਤਲਬ ਕ੍ਰੋਮੋਸੋਮ ਨੰਬਰ ਜੋ ਹਾਫ ਰਹਿ ਰਹੇ ਹੈ, ਇਹ ਸਾਨੂੰ ਗੱਲ ਮਿਓਸਿਸ ਦੇ ਵਿੱਚ ਪਤਾ ਲੱਗੀ ਹੈ। ਬਟ ਮੈਂਡਲ ਨੇ ਆਪਣਾ ਲਾਅ ਆਫ ਸੈਗਰੀਗੇਸ਼ਨ ਜਿਹੜਾ ਹੈਗਾ ਉਹ 1866 ਦੇ ਵਿੱਚ ਦਿੱਤਾ ਸੀ, ਜਦੋਂ ਕਿ ਮਿਓਸਿਸ ਦੀ ਡਿਸਕਵਰੀ ਜਾ ਕੇ ਹੁੰਦੀ ਹੈ 1876 ਦੇ ਵਿੱਚ। ਇਹਦਾ ਮਤਲਬ ਈਵਨ ਬਿਫੋਰ ਦਾ ਡਿਸਕਵਰੀ ਆਫ ਮਿਓਸਿਸ ਉਹਨਾਂ ਨੇ ਮਿਓਸਿਸ ਦਾ ਸਾਨੂੰ ਇੱਕ ਆਈਡੀਆ ਦਿੱਤਾ ਸੀ ਕਿ ਯੈਸ ਇਸ ਤਰੀਕੇ ਨਾਲ ਗੈਮੀਟ ਫਾਰਮੇਸ਼ਨ ਹੁੰਦੀ ਹੈ। ਐਂਡ ਡਿਊਰਿੰਗ ਗੈਮੀਟ ਫਾਰਮੇਸ਼ਨ ਜੋ ਕ੍ਰੋਮੋਸੋਮਸ ਉਸ ਟਾਈਮ ਦੇ ਉੱਤੇ ਡਿਸਕਵਰ ਨਹੀਂ ਸੀ ਹੋਏ, ਤਾਂ ਉਹ ਕ੍ਰੋਮੋਸੋਮ ਨੰਬਰ ਹਾਫ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਨਾ ਕ੍ਰੋਮੋਸੋਮ ਟਰਮੀਨੋਲੋਜੀ ਸੀ, ਨਾ ਜੀਨਸ ਸੀ। ਮੈਂ ਵਾਰ-ਵਾਰ ਇੱਥੇ ਇੱਕ ਟਰਮ ਯੂਜ਼ ਕਰ ਰਹੇ ਹਾਂ ਫੈਕਟਰ, ਕਿ ਉਹਨਾਂ ਨੇ ਗੱਲ ਕੀਤੀ ਸੀ ਫੈਕਟਰਸ ਦੀ। ਇਹ ਫੈਕਟਰਸ ਅੱਜ ਸਾਡੇ ਕੋਲ ਜੀਨਸ ਨੇ, ਅੱਗੇ ਜਾ ਕੇ ਮੈਂ ਪੜ੍ਹਾਊਂਗਾ। ਤਾਂ ਉਹਨਾਂ ਨੇ ਗੱਲ ਕੀਤੀ ਸੀ ਫੈਕਟਰਸ ਦੀ। ਉਹਨਾਂ ਨੇ ਕਿਹਾ ਸੀ ਕਿ ਫੈਕਟਰਸ ਸੈਪਰੇਟ ਹੋ ਜਾਂਦੇ ਨੇ। ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਦੋ ਫੈਕਟਰਸ ਦੇ ਸੈਗਰੀਗੇਟ ਐਟ ਦਾ ਟਾਈਮ ਆਫ ਗੈਮੀਟ ਫਾਰਮੇਸ਼ਨ। ਸੋ ਜੇ ਅੱਜ ਦੇ ਕੰਸਰਨ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਸੈਕਸ ਇੱਕ ਫੈਕਟਰ ਹੈਗਾ ਅਤੇ ਉਸ ਨੂੰ ਕੰਟਰੋਲ ਕਰਨ ਵਾਲੇ ਦੋ
ਫੈਕਟਰਸ ਹੈਗੇ ਨੇ X ਐਂਡ Y ਤੇ ਸੈਗਰੀਗੇਟ ਹੋ ਰਹੇ ਨੇ ਕਦੋਂ? ਐਟ ਦਾ ਟਾਈਮ ਆਫ ਗੈਮੀਟ ਫਾਰਮੇਸ਼ਨ। ਬਿਲਕੁਲ ਇਹੀ ਚੀਜ਼ ਇਵਨ ਬਿਫੋਰ ਦਾ ਡਿਸਕਵਰੀ ਆਫ ਮਿਓਸਿਸ ਮੈਂਡਲ ਨੇ ਕਹੀ ਸੀ। ਸੋ ਇਹ ਸੀ ਉਹਨਾਂ ਦਾ ਲਾਅ ਆਫ ਸੈਗਰੀਗੇਸ਼ਨ। ਇੱਕ ਵਾਰ ਫਿਰ ਦੇਖੋ, ਦਾ ਫੈਕਟਰਸ ਆਫ ਈਚ ਕਰੈਕਟਰ, ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਫੈਕਟਰਸ, ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਫੈਕਟਰਸ ਸੈਗਰੀਗੇਟ ਡਿਊਰਿੰਗ ਗੈਮੀਟ ਫਾਰਮੇਸ਼ਨ, ਗੈਮੀਟ ਫਾਰਮੇਸ਼ਨ ਦੇ ਟਾਈਮ ਤੇ ਸੈਗਰੀਗੇਟ ਹੋ ਰਹੇ ਨੇ, ਸੋ ਦੈਟ ਈਚ ਗੈਮੀਟ ਰਿਸੀਵਸ ਓਨਲੀ ਵਨ ਫੈਕਟਰ। ਈਚ ਗੈਮੀਟ, ਇੱਕ ਗੈਮੀਟ ਕੋਲੇ ਸਿਰਫ ਇੱਕੋ ਹੀ ਫੈਕਟਰ ਆ ਰਿਹਾ ਹੈ। ਸੋ ਇਹ ਹੈਗਾ ਮੈਂਡਲਸ ਲਾਅ ਆਫ ਸੈਗਰੀਗੇਸ਼ਨ। ਸੋ ਮੈਂ ਤਿੰਨੋਂ ਲਾਅਜ਼ ਜਿਹੜੇ ਹੈਗੇ ਨੇ ਉਹ ਲਾਸਟ ਲੈਕਚਰ ਦੇ ਵਿੱਚ ਕਰਵਾਏ ਸੀ। ਇੱਥੇ ਮੈਂ ਦੁਬਾਰਾ ਜਿਹੜਾ ਹੈਗਾ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਲਾਅ ਆਫ ਯੂਨਿਟ ਫੈਕਟਰਸ, ਲਾਅ ਆਫ ਡੋਮੀਨੈਂਸ ਅਤੇ ਲਾਅ ਆਫ ਸੈਗਰੀਗੇਸ਼ਨ ਚੰਗੇ ਤਰੀਕੇ ਨਾਲ ਸਮਝ ਲੱਗੇ ਹੋਣਗੇ। ਸੋ ਹੁਣ ਅਸੀਂ ਜਿਹੜਾ ਹੈਗਾ ਅੱਗੇ ਮੂਵ ਕਰਦੇ ਹਾਂ। ਨੈਕਸਟ ਜਿਹੜਾ ਹੈਗਾ ਬੇਟਾ ਇਹ ਲਾਅ ਆਫ ਸੈਗਰੀਗੇਸ਼ਨ ਹੀ ਐਕਸਪਲੇਨ ਕੀਤਾ ਗਿਆ। ਲਾਅ ਆਫ ਸੈਗਰੀਗੇਸ਼ਨ ਨੂੰ ਐਕਸਪਲੇਨ ਕਰਨ ਦੇ ਲਈ ਇੱਥੇ ਜੋ ਮੈਂ ਚਾਰਟ ਯੂਜ਼ ਕੀਤਾ ਹੈ, ਚਾਰਟ ਅਲੱਗ ਤੋਂ ਲਿਆ, ਉਹ ਇਸ ਕਰਕੇ ਕਿ ਸਿਰਫ ਅਸੀਂ ਟਾਲਨੈਸ ਦੀ ਗੱਲ ਹੀ ਨਾ ਕਰੀ ਜਾਈਏ। ਤਾਂ ਇੱਥੇ ਜੋ ਗੱਲ ਕੀਤੀ ਹੈ ਉਹ ਗੱਲ ਇਹ ਕੀਤੀ ਹੈ ਕਿ ਸਾਡੇ ਕੋਲ ਇੱਕ ਯੈਲੋ ਹੈ, ਇੱਕ ਗ੍ਰੀਨ ਹੈ। ਗ੍ਰੀਨ ਨੂੰ ਅਸੀਂ ਸਮੋਲ y ਨਾਲ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ। ਇਹ ਵੀ ਉਸੇ ਤਰੀਕੇ ਨਾਲ ਸੈਗਰੀਗੇਟ ਹੋ ਰਹੇ ਨੇ। F1 ਜਨਰੇਸ਼ਨ ਆ ਰਹੀ ਹੈ, F1 ਦੀ ਸੈਲਫਿੰਗ ਕਰਵਾਈ, F2 ਆ ਗਈ। F2 ਦੇ ਵਿੱਚ ਸਾਡੇ ਕੋਲ ਕੀ ਕੁਝ ਆ ਰਿਹਾ? F2 ਦੇ ਵਿੱਚ ਆ ਰਿਹਾ ਹੈ ਕੈਪੀਟਲ Y, ਕੈਪੀਟਲ Y, ਕੈਪੀਟਲ Y, ਸਮੋਲ y, ਕੈਪੀਟਲ Y, ਸਮੋਲ y, ਸਮੋਲ y, ਸਮੋਲ y। ਤਾਂ ਇਹ ਜਿਹੜਾ ਹੈਗਾ ਦੋਨੋਂ ਹੀ ਡੋਮੀਨੈਂਟ ਨੇ। ਇਹਦਾ ਮਤਲਬ ਇਹ ਯੈਲੋ ਕਲਰ ਹੋਏਗਾ। ਇਹਦੇ 'ਚ ਲਾਅ ਆਫ ਡੋਮੀਨੈਂਸ ਲੱਗ ਰਿਹਾ ਹੈ। ਯੈਲੋ ਇਜ਼ ਡੋਮੀਨੈਂਟ ਓਵਰ ਗ੍ਰੀਨ, ਸੋ ਇਹ ਯੈਲੋ ਹੈ। ਯੈਲੋ ਇਜ਼ ਡੋਮੀਨੈਂਟ ਓਵਰ ਗ੍ਰੀਨ, ਸੋ ਇਹ ਵੀ ਯੈਲੋ ਹੈ। ਇਹ 'ਚ ਦੋਨੋਂ ਰਿਸੈਸਿਵ ਨੇ, ਸੋ ਇਹ ਗ੍ਰੀਨ ਹੈ। ਅਗੇਨ 3:1 ਜੋ ਹੈਗੀ ਹੈ ਉਹ ਫਿਨੋਟਿਪਿਕ ਰੇਸ਼ੀਓ F1 ਜਨਰੇਸ਼ਨ ਦੇ ਵਿੱਚ, F2 ਜਨਰੇਸ਼ਨ ਦੇ ਵਿੱਚ ਆ ਰਹੀ ਹੈ ਅਕੋਰਡਿੰਗ ਟੂ ਮੈਂਡਲਸ ਲਾਅ ਆਫ ਸੈਗਰੀਗੇਸ਼ਨ। ਸੈਗਰੀਗੇਸ਼ਨ ਤੋਂ ਬਾਅਦ ਦੇ ਵਿੱਚ ਬੇਟਾ ਇਸ ਨੂੰ ਸਮਝਾਉਣ ਦੇ ਲਈ ਇੱਕ ਥੋੜ੍ਹਾ ਜਿਹਾ ਈਜ਼ੀ ਮੈਥਡ ਹੈ ਪੁਨਿਟ ਸਕੇਅਰ। ਅਸੀਂ ਇਸੇ ਕ੍ਰਾਸ ਨੂੰ ਪੁਨਿਟ ਸਕੇਅਰ ਨਾਲ ਸਮਝਣਾ, ਕਿਉਂਕਿ ਅਸੀਂ ਅੱਗੇ ਡਾਈ ਹਾਈਬ੍ਰਿਡ ਕ੍ਰਾਸ ਕਰਨਾ ਹੈ। ਤਾਂ ਉੱਥੇ ਜਾ ਕੇ ਜਿਹੜਾ ਹੈਗਾ ਸਮਝਣਾ ਥੋੜ੍ਹਾ ਜਿਹਾ ਸਾਨੂੰ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਮੈਂ ਪੁਨਿਟ ਸਕੇਅਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਕੀ ਹੈ ਇਹ? ਇੱਕ ਸਕੇਅਰ ਡਾਇਗਰਾਮ ਹੈਗੀ ਹੈ which is used to predict the genotype of the particular cross or breeding experiment। ਕਿਸੇ ਵੀ ਬਰੀਡਿੰਗ ਐਕਸਪੈਰੀਮੈਂਟ ਦੀ ਜੀਨੋਟਾਈਪ ਨੂੰ ਪ੍ਰੈਡਿਕਟ ਕਰਨ ਦੇ ਲਈ ਬਣਾਈ ਜਾਂਦੀ ਡਾਇਗਰਾਮ ਹੈ। ਜਿਵੇਂ ਇੱਥੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਹੈ ਕਿ ਮੈਂ ਇੱਕ ਖਾਲੀ ਸਲਾਈਡ ਦੇ ਉੱਤੇ ਜਾਂਦਾ। ਇੱਥੇ ਆਪਾਂ ਜਿਹੜਾ ਹੈਗਾ ਪੁਨਿਟ ਸਕੇਅਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਾਡੇ ਕੋਲੇ ਬੇਟਾ ਇੱਥੇ ਇਹ ਹੈ ਯੈਲੋ ਪੇਰੈਂਟਸ, ਇਹ ਸਾਡੇ ਕੋਲੇ ਹੈਗੇ ਨੇ ਗ੍ਰੀਨ। ਜਾਂ ਅਸੀਂ ਜਿਹੜਾ ਹੈਗਾ ਇੱਥੇ ਕਰੈਕਟਰ ਕੋਈ ਟਾਲਨੈਸ ਵਾਲਾ ਉਹ ਕਰੈਕਟਰ ਵੀ ਲੈ ਸਕਦੇ ਹਾਂ। ਸੋ ਜਿਹੜਾ ਹੈਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਗੱਲ ਇੱਕੋ ਹੀ ਹੈ, ਕੋਈ ਵੀ ਤੁਸੀਂ ਕਰੈਕਟਰ ਇੱਥੇ ਲੈ ਕੇ ਚੱਲ ਸਕਦੇ। ਸੋ ਟਾਲਨੈਸ ਵਾਲਾ ਲੈ ਲਿਆ ਅਸੀਂ, ਗ੍ਰੀਨ ਅਤੇ ਯੈਲੋ ਦਾ ਲੈ ਲਿਆ। ਹੁਣ ਅਸੀਂ ਕਰੈਕਟਰ ਲੈ ਰਹੇ ਹਾਂ ਰਾਊਂਡ ਅਤੇ ਰਿੰਕਲਡ ਦਾ। ਇਹ ਆਪਣੇ ਕੋਲ ਇੱਕ ਸੀਡ ਹੈਗੇ ਨੇ, ਕੈਪੀਟਲ ਆਰ ਕੈਪੀਟਲ ਆਰ ਰਾਊਂਡ ਸੀਡਸ ਹੈਗੇ ਨੇ। ਇੱਥੇ ਜਿਹੜੇ ਹੈਗੇ ਨੇ ਇਹ ਰਿੰਕਲਡ ਸੀਡਸ ਹੈਗੇ ਨੇ। ਇਹਨਾਂ ਦੇ ਗੈਮੀਟਸ ਬਣ ਗਏ ਆਰ 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 ਆਰ। ਤਾਂ F1 ਜਨਰੇਸ਼ਨ ਦੇ ਵਿੱਚ ਮੇਰੇ ਕੋਲ ਸਾਰੇ ਜਿਹੜੇ ਹੈਗੇ ਨੇ ਉਹ ਕੈਪੀਟਲ ਆਰ ਸਮੋਲ ਆਰ, ਕੈਪੀਟਲ ਆਰ ਸਮੋਲ ਆਰ, ਕੈਪੀਟਲ ਆਰ ਸਮੋਲ ਆਰ, ਕੈਪੀਟਲ ਆਰ ਸਮੋਲ ਆਰ, ਇਹ ਚੀਜ਼ ਜਿਹੜੀ ਬਣੀ ਹੈ ਇਸ ਤਰੀਕੇ ਨਾਲ ਇਹ ਬਣੇ ਨੇ। ਤਾਂ ਇਹ ਬੇਟਾ ਜਿਹੜਾ ਹੈਗਾ F1 ਜਨਰੇਸ਼ਨ ਆ ਗਈ। F1 ਜਨਰੇਸ਼ਨ ਦੇ ਵਿੱਚ ਸਾਰੇ ਦੇ ਸਾਰੇ ਸੀਡਸ ਰਾਊਂਡ ਸੀਡਸ ਹੈਗੇ ਆ। ਹੁਣ ਅਸੀਂ F1 ਜਨਰੇਸ਼ਨ ਤੋਂ F2 ਜਨਰੇਸ਼ਨ ਵੱਲ ਜਾਵਾਂਗੇ। ਇਸ ਕਰਕੇ ਜਿਹੜੇ ਮੈਂ ਹੁਣ ਉੱਪਰ ਡਰਾ ਕਰੂੰਗਾ ਉਹ F1 ਜਨਰੇਸ਼ਨ ਵਾਲੇ ਹੋਣਗੇ, ਕੈਪੀਟਲ ਆਰ ਸਮੋਲ ਆਰ। ਇਸ ਦਾ ਕ੍ਰਾਸ ਮੈਂ ਕੈਪੀਟਲ ਆਰ ਸਮੋਲ ਆਰ ਨਾਲ ਕਰਵਾਊਂਗਾ। ਤਾਂ ਹੁਣ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਇਹ ਹੈ ਕੈਪੀਟਲ ਆ ਸਮੋਲ ਆ, ਇਸ ਦਾ ਕ੍ਰਾਸ ਮੈਂ ਇਹਦੇ ਨਾਲ ਕਰਵਾ ਰਿਹਾ। ਦੋਨੋਂ ਇਹੋ ਜਿਹੇ ਪਲਾਂਟਸ ਹੈਗੇ ਨੇ ਜਿਨ੍ਹਾਂ ਕੋਲ ਰਾਊਂਡ ਸੀਡਸ ਹੈਗੇ ਨੇ। ਤਾਂ ਹੁਣ ਜਦੋਂ ਇਹਨਾਂ ਦੇ ਗੈਮੀਟਸ ਬਣ ਰਹੇ ਹੈ, ਗੈਮੀਟ ਮੇਰੇ ਕੋਲ ਇਸ ਦੇ ਬਣ ਗਏ ਕੈਪੀਟਲ ਆਰ ਸਮੋਲ ਆਰ। ਗੈਮੀਟ ਫਾਰਮੇਸ਼ਨ ਦੇ ਟਾਈਮ 'ਤੇ ਕਿਹੜਾ ਲਾਅ ਲੱਗ ਰਿਹਾ ਹੈ? ਲਾਅ ਆਫ ਸੈਗਰੀਗੇਸ਼ਨ, ਕੈਪੀਟਲ ਆਰ ਸਮੋਲ ਆਰ।
ਤਾਂ ਮੈਂ ਇੱਥੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸਪੋਜ਼ ਇਹ ਮੇਲ ਪਲਾਂਟ ਹੈ ਸਾਡੇ ਕੋਲੇ, ਇਹ ਫੀਮੇਲ ਪਲਾਂਟ ਹੈ। ਮੇਲ ਗੈਮੀਟਸ ਤੇ ਫੀਮੇਲ ਗੈਮੀਟਸ ਦੀ ਫਿਊਜ਼ਨ ਹੋਣੀ ਹੈ। ਤਾਂ ਫਿਊਜ਼ਨ ਦੇ ਲਈ ਤੁਸੀਂ ਹੁਣ ਤੱਕ ਕਰਦੇ ਸੀ ਕਿ ਸਾਡੇ ਕੋਲੇ ਇੱਧਰੋਂ ਇਹ ਆ ਗਿਆ, ਇੱਧਰੋਂ ਇਹ ਆ ਗਿਆ, ਅਸੀਂ ਇਸ ਤਰੀਕੇ ਨਾਲ ਐਰੋ ਲਗਾ ਕੇ ਕੈਪੀਟਲ ਆਰ ਲਿਖਦੇ ਸੀ। ਬਟ ਇਸ ਦੀ ਜਗ੍ਹਾ ਦੇ ਉੱਤੇ ਅਸੀਂ ਹੁਣ ਇਸ ਨੂੰ ਸਮਝਣਾ ਹੈ ਪੁਨਿਟ ਸਕੇਅਰ ਨਾਲ। ਪੁਨਿਟ ਸਕੇਅਰ ਦੇ ਵਿੱਚ ਤੁਸੀਂ ਕੀ ਕਰਨਾ ਹੈ, ਤੁਸੀਂ ਇੱਕ ਸਕੇਅਰ ਬਣਾ ਲੈਣਾ ਹੈ। ਇਸ ਸਕੇਅਰ ਦੇ ਵਿੱਚ ਇੱਕ ਸਾਈਡ ਦੇ ਉੱਤੇ ਤੁਸੀਂ ਗੈਮੀਟਸ ਜਿਹੜੇ ਹੈਗੇ ਉਹ ਲਿਖਣੇ ਹੈ ਮੇਲ ਗੈਮੀਟਸ, ਸੋ ਇਧਰ ਮੇਲ ਗੈਮੀਟਸ ਇਸਦੇ ਹੈਗੇ ਨੇ ਕੈਪੀਟਲ ਆਰ ਸਮॉल ਆਰ, इधर फीमेल गैमीट्स लिखने ये भी सेम ही है कैपीटल आर समॉल आर। तो हुण एरो लगाउण दी बजाए असीं यह एक स्केयर बना लेना है। इस स्केयर दे विच इत्थे कंबीनेशन करना है कैपीटल आर, दिस इज़ कैपीटल आर, इधर क्रॉस हो रहा है समॉल आर नाल, कैपीटल आर समॉल आर। तो इत्थे की आएगा, इधरों समॉल आर आ गया, इधरों समॉल आर आ गया, तो साढ़े कोले बन गया वही कैपीटल आर मीनस कि यह राउंड हो गया। कैपिटल आर स्मॉल आर लॉ ऑफ डोमीनेंस के अकॉर्डिंगली ये भी राउंड सीड्स ने, कैपिटल आर स्मॉल आर अकॉर्डिंग टू लॉ ऑफ डोमीनेंस ये भी राउंड सीड्स ने, स्मॉल आर अकॉर्डिंग टू जोड़ा है लॉ है ये दोनों ही रिसेसिव ने। सो ये की आ गया अपने को रिंकल्ड सीड्स आ गए। सो असी इत्थे रेशियो ईजीली प्रोडिक्ट कर सकते हैं 3:1। सो ये सीगा बेटा अपने को कि पुनिट स्केयर की है। पुनिट स्केयर दे विच जस्ट इन्नी गल समझाउण दी कोशिश की गई है कि साडे कोले दो तरीके हैगे ने, दोनों तरीकों के विचों तुसीं ये तरीका साडे कोल जिहड़ा समझण वास्ते बड़ा ईजी तरीका है क्रॉस बनाउण वास्ते। सो असी करना की है कैपीटल आर स्मॉल आर इस दा क्रॉस जो असी इहदे नाल करवा रहे हैं, एक बार तुसीं गैमीट्स लैके आउणे हैं, गैमीट्स नूं जिहड़ा इस स्केयर दे उत्ते लिखना है, ये मेल गैमीट है तो इधर नूं तुसीं मेल गैमीट लै लो, इहदे बनने वाले दो गैमीट होणगे कैपीटल आर एंड स्मॉल आर। तो ये जो अपने को फीमेल प्लांट है तो इसके जो गैमीट्स ने, मैं इसके गैमीट्स इधर रिप्रजेंट कर रहे हैं इत्थे, तो ये आ गया कैपीटल आर एंड स्मॉल आर, ये गैमीट्स हो गए। हुण इन्हां गैमीट्स तो जो असी कंबीनेशन बना लेना है तो उन्होंने असी इस बॉक्स च लिख देना है। इत्थे आ गया कैपीटल आर राउंड आ गया, दिस इज़ अगेन राउंड, दिस इज़ अगेन राउंड, दिस इज़ रिंकल्ड। सो 3:1 आ गई। सो क्रॉस ही है, सिर्फ समझाउण दी गल है कि असी किस तरीके नाल बना सकते हैं। सो जिवें मैं पहला तुहानूं समझाया सी इत्थे इस दे विच असी ये एरो लगा के बनाया सी, तो कई बार बच्चे कन्फ्यूज़ हो जाते हैं। सो आपां नूं बड़ा ईजी होएगा जे असी इस दी जगह के उत्ते स्केयर बना लांगे। सो एक मैथड ऑफ रिप्रैजेंटेशन ही हैगा जो साडे कोल ये पुनिट स्केयर सीगा, ये पुनिट स्केयर असी समझ लिया। सो दिस इज़ द स्केयर डायग्राम विच इज़ यूज टू प्रोडिक्ट द जीनोटाइप ऑफ द पार्टिकुलर क्रॉस और ब्रीडिंग एक्सपैरीमेंट। सो ये साइंटिस्ट के नाम नाल जिहड़ा हैगा सी पुनिट RC पुनिट इन्हां दे नाम नाल हैगा, जिन्हां ने ये अप्रोच जिहड़ी हैगी ये एडवाइस की सी। बायोलॉजिस्ट इसनूं यूज़ कर रहे हैं टू फाइंड आउट द प्रोबेबिलिटी। सो ये हैगा अपने को पुनिट स्केयर, जिस तरह इत्थे बनाया हुआ है इस दी जगह के उत्ते असी बना सकते हैं स्केयर। सो स्केयर नाल जो गल बना लें तो साडे कोल की हो जाएगा पुनिट स्केयर। इस तो बाद बेटा हुण असी गल करते हैं मैंडल्स डाई हाइब्रिड क्रॉस की। हुण तक असी मैंडल्स मोनो हाइब्रिड क्रॉस नूं ध्यान नाल समझिया है, तो मैंडल दे मोनो हाइब्रिड क्रॉस तो मैं 3 कनक्लूजनस बनाए ने, लॉ ऑफ पेयर्ड फैक्टर्स, लॉ ऑफ डोमीनेंस ते लॉ ऑफ सैग्रीगेशन। मैं बार बार इन्हां नूं रिपीट कर रहे हैं, किन्ने बार मैं इन्हां दे नाम लैते ते किन्ने ही क्रॉस दे विच तुहानूं ये गल समझाउण दी कोशिश की है कि किस तरीके नाल ये लॉज बनते हैं। सो हुण असी डाई हाइब्रिड क्रॉस वाल आउणे हैं। डाई हाइब्रिड क्रॉस की है, दिस इज़ द ब्रीडिंग क्रॉस, मोनो हाइब्रिड विच डील्स विद वन करैक्टर एट अ टाइम। सो डाई हाइब्रिड क्रॉस इट डील्स विद 2 करैक्टर्स एट द सेम टाइम। असी 2 करैक्टर्स लैने हैं सेम टाइम के उत्ते उन्हां दा क्रॉस करना है। 2 करैक्टर्स किस तरह, जिवें हुण तक मैं ये गल कर रहा सी कि अपने को एक करैक्टर तो हैगा शेप ऑफ सीड का, ये साडे कोले शेप ऑफ सीड की हो सकती है, राउंड सीड्स भी हो सकते हैं, रिंकल्ड सीड्स भी हो सकते हैं। जे तो मैं राउंड सीड्स का रिंकल्ड सीड्स वाले नाल क्रॉस करवा लेना है तो साडे कोले आर ये जिहड़ी हैगी है रेशो आ जाती है। इहदा मतलब साडे कोले 3 जिहड़े हैगे ने राउंड
ਤੇ 1 ਰਿੰਕਲਡ ਆ ਜਾਂਦਾ ਹੈ। ਪਰ ਕਿਉਂਕਿ ਮੈਂ ਇੱਕੋ ਹੀ ਕਰੈਕਟਰ ਲਿਆ ਸੀ ਤਾਂ ਉਹ ਮੇਰਾ ਸੀ ਮੋਨੋ ਹਾਈਬ੍ਰਿਡ ਕ੍ਰਾਸ। ਸਿਮਿਲਰਲੀ ਜੇ ਮੈਂ ਯੈਲੋ ਕਲਰ ਆਫ ਕਾਟੀਲੇਡਨ ਦਾ ਗ੍ਰੀਨ ਕਲਰ ਆਫ ਕਾਟੀਲੇਡਨ ਨਾਲ ਕ੍ਰਾਸ ਕਰਵਾ ਲੈਣਾ ਹੈ, ਵਾਈ ਵਾਈ ਇਹਨਾਂ ਦਾ ਆਪਸ ਦੇ ਵਿੱਚ ਮੈਂ ਕ੍ਰਾਸ ਕਰਵਾ ਦਿੰਦਾ ਤਾਂ ਮੇਰੇ ਕੋਲ ਇਹਨਾਂ ਦੀ ਵੀ 3:1 ਆ ਜਾਂਦੀ ਹੈ। 3 ਯੈਲੋ ਆ ਜਾਂਦੇ ਨੇ ਤੇ 1 ਕੀ ਆ ਜਾਂਦਾ ਗ੍ਰੀਨ, F2 ਰੇਸ਼ੋ ਤੱਕ ਜਾਂਦੇ। ਪਰ ਕਿਉਂਕਿ ਮੈਂ ਇਹ 'ਚ ਇੱਕ ਕਰੈਕਟਰ ਲੈ ਰਿਹਾ ਇਹਦਾ ਮਤਲਬ ਇਹ ਵੀ ਮੇਰੇ ਕੋਲ ਮੋਨੋ ਹਾਈਬ੍ਰਿਡ ਕ੍ਰਾਸ ਆ ਗਿਆ। ਹੁਣ ਮੈਂ ਮੋਨੋ ਹਾਈਬ੍ਰਿਡ ਕ੍ਰਾਸ ਨਹੀਂ ਡਾਈ ਹਾਈਬ੍ਰਿਡ ਕ੍ਰਾਸ ਦੀ ਗੱਲ ਕਰੂੰਗਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਮੋਨੋ ਹਾਈਬ੍ਰਿਡ ਕ੍ਰਾਸ ਹੈ ਤੇ ਦੂਸਰਾ ਵੀ ਆਪਣੇ ਆਪ ਦੇ ਵਿੱਚ ਮੋਨੋ ਹਾਈਬ੍ਰਿਡ ਕ੍ਰਾਸ ਹੈ। ਜੇ ਅਸੀਂ ਇਹਨਾਂ ਦੋਨੋਂ ਕਰੈਕਟਰਸ ਨੂੰ ਇਕੱਠੇ ਕਰ ਲਈਏ ਐਟ ਵਨ ਟਾਈਮ, ਇੱਧਰੋਂ ਮੈਂ ਕਰੈਕਟਰ ਲੈ ਲਿਆ ਰਾਊਂਡ ਸੀਡਸ ਦਾ ਤੇ ਨਾਲ ਇੱਧਰੋਂ ਲੈ ਲਿਆ ਹੈਗਾ ਯੈਲੋ ਕਾਟੀਲੇਡਨ ਦਾ। ਇਹਦਾ ਮਤਲਬ ਮੈਂ ਇੱਕ ਇਹੋ ਜਿਹਾ ਪਲਾਂਟ ਸਿਲੈਕਟ ਕੀਤਾ ਜਿਹੜੇ ਪਲਾਂਟ ਕੋਲੇ ਦੋਨੋਂ ਕਰੈਕਟਰ ਸੀ, ਉਸ ਪਲਾਂਟ ਦੇ ਸੀਡਸ ਵੀ ਰਾਊਂਡ ਸੀ ਤੇ ਉਸ ਪਲਾਂਟ ਦਾ ਜਿਹੜਾ ਹੈਗਾ ਸੀਡ ਦਾ ਜਿਹੜਾ ਕਾਟੀਲੇਡਨ ਬਣਦਾ ਸੀ ਉਸ ਦਾ ਕਲਰ ਵੀ ਕੀ ਸੀ, ਯੈਲੋ ਸੀ। ਸੈਕੰਡ ਟਾਈਮ ਕੀ ਕੀਤਾ, ਇੱਧਰੋਂ ਗ੍ਰੀਨ ਕਲਰ ਆਫ ਕਾਟੀਲੇਡਨ ਲੈ ਲਿਆ ਤੇ ਇੱਧਰ ਰਿੰਕਲਡ ਸੀਡ ਲੈ ਲਿਆ। ਇਟ ਮੀਨਸ ਇੱਕ ਇਹੋ ਜਿਹਾ ਪਲਾਂਟ ਸਿਲੈਕਟ ਕੀਤਾ ਗਿਆ ਜਿਹੜੇ ਪਲਾਂਟ ਦੇ ਵਿੱਚ ਸਾਡੇ ਕੋਲੇ ਸੀਡਸ ਜਿਹੜੇ ਸੀ ਉਹ ਰਿੰਕਲਡ ਸੀ ਤੇ ਕਲਰ ਆਫ ਕਾਟੀਲੇਡਨ ਵੀ ਕੀ ਸੀਗਾ ਉਸਦਾ, ਗ੍ਰੀਨ ਸੀਗਾ। ਤਾਂ ਜਦੋਂ ਇਹਨਾਂ ਦੋਨਾਂ ਨੂੰ ਲੈ ਲਿਆ ਤਾਂ ਇੱਥੇ ਜਿਹੜਾ ਕ੍ਰਾਸ ਸਾਡੇ ਕੋਲੇ ਬਣੂਗਾ ਉਹ ਕ੍ਰਾਸ ਹੋਊਗਾ ਡਾਈ ਹਾਈਬ੍ਰਿਡ ਕ੍ਰਾਸ। ਤਾਂ ਇਸ ਡਾਈ ਹਾਈਬ੍ਰਿਡ ਕ੍ਰਾਸ ਦੇ ਵਿੱਚ ਜਿਹੜੀ F1 ਜਨਰੇਸ਼ਨ ਜਿਹੜੀ ਮੈਂ ਦੇਖੀ, ਇਸ ਨੂੰ ਕ੍ਰਾਸ ਨੂੰ ਆਪਾਂ ਬਣਾ ਕੇ ਦੇਖਾਂਗੇ। F1 ਜਨਰੇਸ਼ਨ ਜਿਹੜੀ ਲਈ ਇਹ ਪੇਰੈਂਟਸ ਹੋ ਗਏ। ਇਹਨਾਂ ਦੀ ਜੋ F1 ਜਨਰੇਸ਼ਨ ਲਈ, F1 ਜਨਰੇਸ਼ਨ ਦੇ ਵਿੱਚ ਜਿੰਨੇ ਵੀ ਪਲਾਂਟਸ ਆ ਗਏ ਉਹ ਸਾਰੇ ਰਾਊਂਡ ਸੀਡਸ ਵਿਦ ਯੈਲੋ ਕਾਟੀਲੇਡਨ ਆ ਗਏ। ਇਟ ਮੀਨਸ ਜਿਵੇਂ ਅਸੀਂ ਮੋਨੋ ਹਾਈਬ੍ਰਿਡ ਕ੍ਰਾਸ ਦੇ ਵਿੱਚ ਗੱਲ ਕੀਤੀ ਸੀ ਕਿ ਜੇ ਮੈਂ ਰਾਊਂਡ ਸੀਡਸ ਦਾ ਰਿੰਕਲਡ ਸੀਡ ਨਾਲ ਕ੍ਰਾਸ ਕਰਵਾ ਰਹੇ ਹਾਂ ਤਾਂ ਸਾਰੇ ਸੀਡਸ ਰਾਊਂਡ ਆ ਗਏ, ਬਿਲਕੁਲ ਉਹੀ ਚੀਜ਼ ਇੱਥੇ ਆ ਗਈ। ਯੈਲੋ ਕਲਰ ਦਾ ਗ੍ਰੀਨ ਕਲਰ ਆਫ ਕਾਟੀਲੇਡਨ ਨਾਲ ਕ੍ਰਾਸ ਕਰਾ ਰਹੇ ਹਾਂ ਤਾਂ ਸਾਰੇ ਯੈਲੋ ਕਾਟੀਲੇਡਨਸ ਆ ਗਏ, ਬਿਲਕੁਲ ਉਹੀ ਚੀਜ਼ ਇਹ ਆ ਗਈ। ਇਟ ਮੀਨਸ ਇੱਥੋਂ ਤੱਕ ਸਮਝਿਆ ਜਾਵੇ ਤਾਂ ਸਾਨੂੰ ਇਹ ਗੱਲ ਲੱਗ ਰਹੀ ਹੈ ਕਿ ਬਿਲਕੁਲ ਮੋਨੋ ਹਾਈਬ੍ਰਿਡ ਕ੍ਰਾਸ ਦੀ ਤਰ੍ਹਾਂ ਹੀ ਹੈ, ਕੋਈ ਵੀ ਫਰਕ ਨਹੀਂ ਪਿਆ ਹੈਗਾ। ਉਹੀ ਜਿਹੜੇ ਹੈਗੇ ਨੇ ਰਾਊਂਡ ਤੇ ਰਿੰਕਲਡ ਤੋਂ ਰਾਊਂਡ ਸੀਡਸ ਆ ਗਏ ਤੇ ਯੈਲੋ ਗ੍ਰੀਨ ਤੋਂ ਕੀ ਆ ਗਏ, ਯੈਲੋ ਕਲਰ ਆਫ ਕਾਟੀਲੇਡਨ ਆ ਗਿਆ। ਬਟ ਇਸ ਤੋਂ ਬਾਅਦ ਦੇ ਵਿੱਚ ਫਰਕ ਪੈਂਦਾ ਹੈ ਜਦੋਂ ਅਸੀਂ F2 ਜਨਰੇਸ਼ਨ ਵੱਲ ਜਾਂਦੇ ਹਾਂ। F2 ਜਨਰੇਸ਼ਨ ਤੱਕ ਜਾਂਦੇ ਜਾਂਦੇ ਹੁਣ ਜੇ ਤੁਸੀਂ ਸੋਚੋ ਕਿ ਜੋ ਤਾਂ ਸੀਗਾ ਆਪਣੇ ਕੋਲੇ ਮੋਨੋ ਹਾਈਬ੍ਰਿਡ ਕ੍ਰਾਸ ਦੇ ਵਿੱਚ ਜਿੰਨੇ ਵੀ F2 ਜਨਰੇਸ਼ਨ ਦੇ ਵਿੱਚ ਆਏ ਸੀ ਉਹ ਸਾਰੇ ਦੇ ਸਾਰੇ ਪੇਰੈਂਟਸ ਦੇ ਨਾਲ ਮਿਲਦੇ ਜੁਲਦੇ ਸੀ। ਉਹ ਜਾਂ ਤਾਂ ਇੱਕ ਪੇਰੈਂਟ ਨਾਲ ਮਿਲਦੇ ਸੀ ਜਾਂ ਦੂਸਰੇ ਨਾਲ ਮਿਲਦੇ ਸੀ। 3:1 ਸੀ, 3 ਜਿਹੜੇ ਪਹਿਲੇ ਪੇਰੈਂਟ ਨਾਲ ਮਿਲਦੇ ਸੀ, ਇੱਕ ਜਿਹੜਾ ਦੂਸਰੇ ਪੇਰੈਂਟ ਨਾਲ ਮਿਲਦਾ ਸੀ। ਬਟ ਇੱਥੇ F2 ਦੇ ਵਿੱਚ ਰਾਊਂਡ ਐਂਡ ਯੈਲੋ ਇਹ ਬਿਲਕੁਲ ਪੇਰੈਂਟ ਪਲਾਂਟ ਦੇ ਨਾਲ ਮਿਲਦੇ ਆ ਕਿਉਂਕਿ ਪੇਰੈਂਟ ਪਲਾਂਟ ਹੁਣ ਸਾਡਾ ਇਹ ਹੈ, ਇਹਦੇ ਨਾਲ ਮਿਲਦੇ ਆ ਬਿਲਕੁਲ। ਉਸ ਤੋਂ ਬਾਅਦ ਦੇ ਵਿੱਚ ਬੇਟਾ ਜਿਹੜਾ ਹੈਗਾ ਜੇ ਅਸੀਂ ਗੱਲ ਕਰੀਏ ਰਿੰਕਲਡ ਐਂਡ ਗ੍ਰੀਨ ਦੀ, ਰਿੰਕਲਡ ਐਂਡ ਗ੍ਰੀਨ ਵੀ ਪੇਰੈਂਟ ਪਲਾਂਟ ਦੇ ਨਾਲ ਮਿਲਦੇ ਆ ਕਿਉਂਕਿ ਇਸ ਦੇ ਵਿੱਚ ਸੌਰੀ ਮੈਂ ਤੁਹਾਨੂੰ ਜਿਹੜਾ ਹੈਗਾ ਦੱਸਦਾ, ਇੱਥੇ ਇਸ ਨੂੰ ਅਸੀਂ ਪੇਰੈਂਟ ਪਲਾਂਟ ਕਰਤਾ, ਇਹ ਆਪਣੇ ਕੋਲ F1 ਸੀ, ਇਹ ਪੇਰੈਂਟ ਪਲਾਂਟ ਹੈ। ਤਾਂ ਰਾਊਂਡ ਐਂਡ ਯੈਲੋ ਇਸ ਪੇਰੈਂਟ ਪਲਾਂਟ ਨਾਲ ਮਿਲ ਰਿਹਾ ਹੈ, ਰਿੰਕਲਡ ਐਂਡ ਗ੍ਰੀਨ ਇਸ ਪੇਰੈਂਟ ਪਲਾਂਟ ਨਾਲ ਮਿਲ ਰਿਹਾ ਹੈ। ਤੇ ਜੇ ਗੱਲ ਕਰੀਏ ਅਸੀਂ ਰਾਊਂਡ ਸੀਡਸ ਐਂਡ ਗ੍ਰੀਨ ਕਲਰ ਆਫ ਕਾਟੀਲੇਡਨ, ਨਾ ਤਾਂ ਉਹ ਇੱਥੇ ਸੀ ਨਾ ਇੱਥੇ ਸੀ, ਨਾ ਹੀ ਸਾਡੇ ਕੋਲ F1 ਜਨਰੇਸ਼ਨ ਦੇ ਵਿੱਚ ਸੀ। ਇਹਦਾ ਮਤਲਬ ਰਾਊਂਡ ਸੀਡਸ ਵਿਦ ਯੈਲੋ ਕਲਰ ਆਫ ਕਾਟੀਲੇਡਨ ਕਿਤੇ ਵੀ ਅਪੀਅਰ ਨਹੀਂ ਹੋਇਆ। ਇਹਦਾ ਮਤਲਬ ਇਹ ਇੱਕ ਇਹੋ ਜਿਹਾ ਕੰਬੀਨੇਸ਼ਨ ਬਣ ਗਿਆ ਜਿਹੜਾ ਪਹਿਲਾਂ ਕਿਤੇ ਵੀ ਨਹੀਂ ਬਣਿਆ। ਦੈਨ ਰਿੰਕਲਡ ਐਂਡ ਗ੍ਰੀਨ, ਰਿੰਕਲਡ ਦਾ ਸਾਡੇ ਕੋਲੇ ਗ੍ਰੀਨ ਨਾਲ ਸੀ ਬਟ ਇੱਥੇ ਬਣ ਗਿਆ ਰਿੰਕਲਡ ਐਂਡ ਯੈਲੋ। ਸੋ ਰਿੰਕਲਡ ਦਾ ਗ੍ਰੀਨ ਨਾਲ ਸੀ, ਇੱਥੇ ਯੈਲੋ ਨਾਲ ਬਣ ਗਿਆ। ਯੈਲੋ ਦਾ ਰਾਊਂਡ ਨਾਲ ਸੀ ਬਟ ਇੱਥੇ ਰਿੰਕਲ ਨਾਲ ਬਣ ਗਿਆ। ਇਹਦਾ ਮਤਲਬ ਇਹ ਵੀ ਇੱਕ ਰਿਕੰਬੀਨੈਂਟ ਹੈਗਾ। ਇਹਦਾ ਮਤਲਬ ਦੋ ਰਿਕੰਬੀਨੈਂਟਸ ਜਿਹੜੇ ਹੈਗੇ ਨੇ ਇਸ ਦੇ ਵਿੱਚ ਪ੍ਰੋਡਿਊਸ ਹੋ ਰਹੇ ਹੈ। ਤੇ ਜੇ ਰੇਸ਼ੋ ਦੀ ਗੱਲ ਕਰੀਏ, ਰੇਸ਼ੋ ਇੱਥੇ ਆ ਰਹੀ ਹੈ ਸਾਡੇ ਕੋਲੇ 9:3:3:1। ਇਹਦਾ ਮਤਲਬ ਇਸ ਰੇਸ਼ੋ 'ਚ ਆ ਰਹੇ ਹੈ 9 ਰਾਊਂਡ ਐਂਡ ਯੈਲੋ ਹੈ, 1 ਰਿੰਕਲਡ ਐਂਡ ਗ੍ਰੀਨ ਹੈ। 3 ਜਿਹੜੇ ਹੈਗੇ ਨੇ ਰਿਕੰਬੀਨੈਂਟਸ ਆ ਗਏ ਰਾਊਂਡ ਐਂਡ ਗ੍ਰੀਨ ਦੇ, 1 ਰਿਕੰਬੀਨੈਂਟ ਆ ਗਿਆ ਗ੍ਰੀਨ ਐਂਡ ਰਿੰਕਲਡ ਐਂਡ ਯੈਲੋ ਦਾ। ਇਹ ਰਿਕੰਬੀਨੈਂਟਸ ਕਿਵੇਂ ਪ੍ਰੋਡਿਊਸ ਹੋਏ, ਇਹਨਾਂ ਦੇ ਪਿੱਛੇ ਕੀ ਜੈਨੇਟਿਕਸ ਦੇ ਪ੍ਰਿੰਸੀਪਲਸ ਕੰਮ ਕਰ ਰਹੇ ਹੈ, ਉਹ ਅਸੀਂ ਡਾਈ ਹਾਈਬ੍ਰਿਡ ਕ੍ਰਾਸ ਤੋਂ ਫਾਈਂਡ ਆਊਟ ਕਰਨੇ। ਇੱਥੇ ਤੱਕ ਜਸਟ ਮੈਂ ਤੁਹਾਨੂੰ ਇਹ ਦੱਸਿਆ ਕਿ ਐਵੇਂ ਰਿਕੰਬੀਨੈਂਟਸ ਬਣ ਜਾਂਦੇ ਹੁੰਦੇ ਆ। ਤਾਂ ਹੁਣ ਅੱਗੇ ਦੇਖੋ ਕਿ ਹੋਇਆ ਕਿਵੇਂ ਹੋਊਗਾ। ਤਾਂ ਇਹ ਉਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਕਿ ਇੱਕ ਡਾਈ ਹਾਈਬ੍ਰਿਡ ਕ੍ਰਾਸ ਸੀ, ਯੈਲੋ ਸੀ, ਰਾਊਂਡ ਸੀ
ਤਾਂ ਨਾਲ ਇੱਥੇ ਜਿਹੜੇ ਹੈਗੇ ਨੇ ਇਸ ਦੇ ਲਿਆ ਗਿਆ ਕਿ ਯੈਲੋ ਨੂੰ ਅਸੀਂ ਕੈਪੀਟਲ ਵਾਈ ਕੈਪੀਟਲ ਆਰ ਨਾਲ ਲਿਖਾਂਗੇ ਅਤੇ ਰਿੰਕਲਡ ਨੂੰ ਜਿਹੜਾ ਹੈਗਾ ਅਸੀਂ ਸਮਾਲ ਵਾਈ ਸਮਾਲ ਆਰ ਨਾਲ ਲਿਖਾਂਗੇ। ਹੁਣ ਇੱਥੇ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਇਸ ਨੂੰ ਮੈਂ ਕੈਪੀਟਲ ਵਾਈ ਅਤੇ ਕੈਪੀਟਲ ਆਰ ਨਹੀਂ ਲਿਖਿਆ, ਇੰਸਟੈਡ ਮੈਂ ਲਿਖਿਆ 2 ਵਾਰ ਕੈਪੀਟਲ ਵਾਈ 2 ਵਾਰ ਕੈਪੀਟਲ ਆਰ। ਕਿਉਂ? ਇਹ ਆਪਣੇ ਆਪ ਤੁਹਾਡੇ ਮਾਈਂਡ ਦੇ ਵਿੱਚ ਗੱਲ ਆ ਜਾਣੀ ਚਾਹੀਦੀ ਹੈ ਕਿ ਮੈਂ ਲਾ ਆਫ ਯੂਨਿਟ ਫੈਕਟਰਸ ਦੀ ਗੱਲ ਕਰ ਰਿਹਾ ਹਾਂ। ਇੱਥੇ ਵੀ ਸਮਾਲ ਵਾਈ ਸਮਾਲ ਆਰ ਇਸ ਕਰਕੇ ਲਿਖਿਆ ਕਿਉਂਕਿ ਮੈਂ ਲਾ ਆਫ ਯੂਨਿਟ ਫੈਕਟਰਸ ਦੀ ਗੱਲ ਕਰ ਰਹੇ ਹਾਂ। ਤਾਂ ਇੱਥੇ ਜੋ ਬਣਿਆ ਇੱਥੇ ਆਪਣੇ ਕੋਲੇ ਕੈਪੀਟਲ ਵਾਈ ਸਮਾਲ ਆਰ, ਇਹ ਕਿਵੇਂ ਬਣਿਆ ਇਸ ਨੂੰ ਆਪਾਂ ਅੱਗੇ ਜਾ ਕੇ ਸਮਝਦੇ ਹਾਂ। ਤਾਂ ਰੇਸ਼ੋ 9:3 ਬਣ ਆ ਜਾਂਦੀ ਹੈ। ਹਾਂ, ਤਾਂ ਐਕਚੁਅਲ ਦੇ ਵਿੱਚ ਕੀ ਹੋਇਆ, ਸਾਡੇ ਕੋਲੇ ਪੇਰੈਂਟ ਸੀਗੇ ਯੈਲੋ ਐਂਡ ਰਾਊਂਡ। ਯੈਲੋ ਦਾ ਮਤਲਬ ਕੈਪੀਟਲ ਵਾਈ ਕੈਪੀਟਲ ਆਰ, ਰਾਊਂਡ ਦਾ ਮਤਲਬ ਕੈਪੀਟਲ ਆਰ। ਇਹ ਰਿੰਕਲਡ ਐਂਡ ਗ੍ਰੀਨ ਸਮਝਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮੈਂ ਰਾਊਂਡ ਨਾਲ ਅਲੱਗ ਤੋਂ ਕ੍ਰੋਸ ਪਹਿਲਾਂ ਸਮਝਾਤਾ ਅਤੇ ਯੈਲੋ ਅਤੇ ਗ੍ਰੀਨ ਨਾਲ ਅਲੱਗ ਤੋਂ ਸਮਝਾਤਾ। 2 ਜਿਹੜੇ ਹੈਗੇ ਨੇ ਮੋਨੋ ਹਾਈਬ੍ਰਿਡ ਕ੍ਰੋਸ ਮੈਂ ਸਮਝਾਏ ਹੈ। ਸਾਰਿਆਂ ਨੂੰ ਗੱਲ ਸਮਝ ਲੱਗਣੀ ਚਾਹੀਦੀ, ਜੇ ਨਹੀਂ ਸਮਝ ਲੱਗ ਰਹੀ ਤਾਂ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖੋ। ਤਾਂ ਹੁਣ ਇਹਨਾਂ ਦੇ ਜਿਹੜੇ ਗੈਮੀਟਸ ਬਣਨਗੇ, ਗੈਮੀਟਸ ਬਣਨ ਦੇ ਟਾਈਮ ਦੇ ਉੱਤੇ ਦੇਖੋ ਲਾਅ ਆਫ ਸੈਗਰੀਗੇਸ਼ਨ ਲੱਗ ਰਿਹਾ ਹੈ। ਲਾਅ ਆਫ ਸੈਗਰੀਗੇਸ਼ਨ ਹੁਣ ਇੱਥੋਂ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇੱਥੇ ਗੈਮੀਟਸ ਜਿਹੜੇ ਹੈਗੇ ਨੇ ਇਹ ਕਿਉਂ ਨਹੀਂ ਬਣਾਤੇ ਕੈਪੀਟਲ ਵਾਈ ਕੈਪੀਟਲ ਆਰ, ਮੈਂ ਇਹ ਗੈਮੀਟਸ ਕਿਉਂ ਨਹੀਂ ਬਣਾਤੇ ਇਹਦੇ ਤੋਂ। ਇਨਸਟੈਡ ਮੈਂ ਗੈਮੀਟਸ ਕੀ ਬਣਾ ਰਿਹਾ ਕਿ ਕੈਪੀਟਲ ਵਾਈ ਹੈ ਜੀ ਜਿਹੜਾ ਕੈਪੀਟਲ ਆਰ ਨਾਲ ਜਾਊਗਾ। 2 ਗੈਮੀਟਸ ਇਸ ਤਰ੍ਹਾਂ ਦੇ ਬਣਾਏ ਨੇ, ਦੋਨੋਂ ਹੀ ਸੇਮ ਗੈਮੀਟਸ ਬਣਾਏ ਹੈ। ਉਹ ਕਿਉਂ? ਕਿਉਂਕਿ ਡੈਫੀਨੇਸ਼ਨ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਲਾਅ ਆਫ ਸੈਗਰੀਗੇਸ਼ਨ ਦੇ ਅਕੋਰਡਿੰਗ ਕੀ ਸੀ ਕਿ ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਦੋਨੋਂ ਫੈਕਟਰਸ ਸੈਗਰੀਗੇਟ ਹੋ ਰਹੇ ਨੇ ਐਟ ਦਾ ਟਾਈਮ ਆਫ ਗੈਮੀਟ ਫਾਰਮੇਸ਼ਨ। ਸੋ ਕਰੈਕਟਰ ਇੱਥੇ ਇਹ ਹੈ, ਯੈਲੋ ਦਾ ਕਰੈਕਟਰ ਹੈ। ਯੈਲੋ ਨੂੰ ਕੰਟਰੋਲ ਕਰਨ ਵਾਲੇ 2 ਫੈਕਟਰਸ ਨੇ। ਯੈਲੋ ਨੂੰ ਕੰਟਰੋਲ ਕਰਨ ਵਾਲੇ 2 ਫੈਕਟਰਸ ਕਿਹੜੇ ਹੈ? ਯੈਲੋ ਨੂੰ ਕੰਟਰੋਲ ਕਰਨ ਵਾਲੇ 2 ਫੈਕਟਰਸ ਇਹ ਹੈ। ਤਾਂ ਇਹ ਕੀ ਹੋਣਗੇ? ਸੈਗਰੀਗੇਟ ਕੈਪੀਟਲ ਵਾਈ ਐਂਡ ਕੈਪੀਟਲ ਵਾਈ। ਸਿਮਿਲਰਲੀ ਇਹ ਰਾਊਂਡ ਵਾਲੇ ਜਿਹੜੇ 2 ਹੈਗੇ ਨੇ, ਇਹ ਇੱਕ ਆ ਜੂਗਾ ਇੱਧਰ ਆਰ ਅਤੇ ਦੂਸਰਾ ਇੱਧਰ ਆ ਜੂਗਾ ਆਰ। ਸੋ ਮੇਰੇ ਕੋਲੇ ਜਿਹੜੇ ਗੈਮੀਟਸ ਬਣ ਗਏ ਉਹ ਗੈਮੀਟਸ ਇਹ ਬਣ ਗਏ ਕਿ ਜੇ ਮੇਰੇ ਕੋਲੇ ਹੈ ਜੇ ਮੇਰੇ ਕੋਲੇ ਹੈਗਾ ਕੈਪੀਟਲ ਵਾਈ ਕੈਪੀਟਲ ਆਰ ਰਾਊਂਡ ਸੀਡਸ ਐਂਡ ਯੈਲੋ ਕਲਰ ਆਫ ਕਾਟੀਲੇਡਨ, ਤਾਂ ਇਹਦੇ ਗੈਮੀਟਸ ਮੇਰੇ ਕੋਲੇ ਬਣ ਗਏ ਕੈਪੀਟਲ ਵਾਈ ਕੈਪੀਟਲ ਆਰ। ਇਹਦੇ ਗੈਮੀਟਸ ਤੁਸੀਂ ਇਹ ਨਹੀਂ ਬਣਾ ਦੇਣੇ ਕਿ ਕੈਪੀਟਲ ਵਾਈ ਕੈਪੀਟਲ ਆਰ। ਇਹਦੇ ਗੈਮੀਟਸ ਇਹ ਬਿਲਕੁਲ ਵੀ ਨਹੀਂ ਬਣਾ ਦੇਣੇ ਕੈਪੀਟਲ ਆਰ। ਇਹ ਗੈਮੀਟਸ ਨਹੀਂ ਬਣਾ ਦੇਣੇ ਕਿਉਂਕਿ ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਫੈਕਟਰ ਸੈਗਰੀਗੇਟ ਕਰਨੇ ਹੈ। ਇਹ ਇੱਕ ਕਰੈਕਟਰ ਨੂੰ ਕੰਟਰੋਲ ਕਰਨ ਵਾਲੇ ਫੈਕਟਰਸ ਨੇ, ਸੋ ਇਹਨਾਂ ਦੀ ਸੈਗਰੀਗੇਸ਼ਨ ਜ਼ਰੂਰੀ ਹੈ। ਇਸ ਕਰਕੇ ਗੈਮੀਟਸ ਜਿਹੜੇ ਹੈਗੇ ਨੇ ਉਹ ਇਸ ਤਰੀਕੇ ਦੇ ਬਣਨਗੇ। ਮੈਂ ਉਮੀਦ ਕਰਦਾ ਕਿ ਇੰਨੀ ਕੁ ਗੱਲ ਸਮਝ ਲੱਗੀ ਹੋਊਗੀ। ਫਿਰ ਅਸੀਂ ਜਿਹੜਾ ਹੈਗਾ ਆਪਣੇ ਕ੍ਰੋਸ ਵੱਲ ਅੱਗੇ ਵਧਦੇ ਹਾਂ। ਤਾਂ ਹੁਣ ਇਹ ਗੈਮੀਟਸ ਬਣ ਚੁੱਕੇ ਹੈ। ਗੈਮੀਟ ਫਾਰਮੇਸ਼ਨ ਤੱਕ ਆਪਾਂ ਨੂੰ ਗੱਲ ਸਮਝ ਲੱਗ ਗਈ। ਗੈਮੀਟ ਫਾਰਮੇਸ਼ਨ ਤੋਂ ਬਾਅਦ 'ਚ ਇਹਨਾਂ ਗੈਮੀਟਸ ਨੂੰ ਅਸੀਂ ਕੰਬਾਈਨ ਕਰਦੇ ਹਾਂ ਤਾਂ ਸਾਡੇ ਕੋਲ F1 ਜਨਰੇਸ਼ਨ ਆ ਜਾਂਦੀ ਹੈ। ਤਾਂ ਕੰਬਾਈਨ ਕਰਨ ਤੋਂ ਬਾਅਦ ਦੇ ਵਿੱਚ F1 ਜਨਰੇਸ਼ਨ ਦੇ ਵਿੱਚ ਕੀ ਆਇਆ ਕੈਪੀਟਲ ਵਾਈ ਸਮਾਲ ਵਾਈ। ਤਾਂ ਇੱਥੇ ਲਾਅ ਆਫ ਡੋਮੀਨੈਂਸ ਲਾਵਾਂਗੇ ਤਾਂ ਇਹ ਯੈਲੋ ਕਲਰ ਆਫ ਸੀਡ ਹੋਊਗਾ। ਇੱਥੇ ਲਾਅ ਆਫ ਡੋਮੀਨੈਂਸ ਲਾਵਾਂਗੇ ਤਾਂ ਇਹ ਸਾਡੇ ਕੋਲੇ ਰਾਊਂਡ ਸੀਡ ਹੋਊਗਾ। ਤਾਂ ਇਹ ਰਾਊਂਡ ਸੀਡਸ ਵਿਦ ਯੈਲੋ ਕਾਟੀਲੇਡਨ ਇਹ ਬਣ ਗਏ। ਸਾਰੇ ਤਰ੍ਹਾਂ ਦੇ ਹੀ ਸਾਡੇ ਕੋਲੇ F1 ਜਨਰੇਸ਼ਨ ਦੇ ਵਿੱਚ ਪਲਾਂਟਸ ਸੇਮ ਆ ਗਏ, ਰਾਊਂਡ ਸੀਡਸ ਵਿਦ ਯੈਲੋ ਕਾਟੀਲੇਡਨ। ਤਾਂ ਇਹ ਤੁਸੀਂ ਇੱਥੇ ਬਣਾ ਲਏ। ਹੁਣ ਆਪਾਂ ਇਸ ਤੋਂ ਫਰਦਰ ਜਦੋਂ ਬਣਾਵਾਂਗੇ ਸਾਨੂੰ ਪਤਾ ਹੈ ਕਿ ਇੰਨੇ ਕ੍ਰੋਸ ਲਾਉਣੇ ਬਹੁਤ ਮੁਸ਼ਕਿਲ ਹੈ। ਇਸ ਕਰਕੇ ਮੈਂ ਪਹਿਲਾਂ ਹੀ ਜਿਹੜਾ ਹੈਗਾ ਤੁਹਾਨੂੰ ਪੁਨਿਟ ਸਕੇਅਰ ਜਿਹੜਾ ਉਹ ਸਮਝਾ ਕੇ ਆਏ ਹਾਂ। ਤਾਂ ਪੁਨਿਟ ਸਕੇਅਰ ਦੇ ਵਿੱਚ ਕੀ ਹੈ, ਹੁਣ ਅਸੀਂ ਗੈਮੀਟਸ ਬਣਾਉਣੇ ਇੱਥੋਂ।
ਇਹਦੇ ਗੈਮੀਟਸ ਬਣਾਉਣੇ ਆ। ਇਹਦੇ ਕਿਹੜੇ ਤਰ੍ਹਾਂ ਦੇ ਗੈਮੀਟਸ ਦੇ ਕੰਬੀਨੇਸ਼ਨ ਪੋਸੀਬਲ ਨੇ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹਦੇ ਤੋਂ 4 ਤਰ੍ਹਾਂ ਦੇ ਗੈਮੀਟਸ ਬਣਨਗੇ, ਇੱਧਰ 4 ਤਰ੍ਹਾਂ ਦੇ ਗੈਮੀਟਸ ਇਹ ਬਣ ਗਏ। ਇਹਨਾਂ ਸਾਰੇ ਤਰ੍ਹਾਂ ਦੇ ਗੈਮੀਟਸ ਦਾ ਉਸ ਤੋਂ ਬਾਅਦ ਕੰਬੀਨੇਸ਼ਨ ਤੁਸੀਂ ਕ੍ਰਾਸ ਬਣਾ ਲਓਗੇ, ਪਰ ਗੈਮੀਟਸ ਕਿਵੇਂ ਬਣੇ ਤੇ ਕਿਹੜੇ ਗੈਮੀਟਸ ਇਸ ਤੋਂ ਬਣੇ ਨੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹਦੇ ਲਈ ਮੈਂ ਤੁਹਾਨੂੰ ਇੱਥੇ ਇੱਕ ਖਾਲੀ ਸਲਾਈਡ ਦੇ ਉੱਤੇ ਲੈ ਕੇ ਜਾਣਾ, ਤਾਂ ਇੱਥੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਕੋਲੇ ਹੈ कैपिटल वाई, स्मॉल वाई, कैपिटल आर, स्मॉल आर। तो गैमीट फॉर्मेशन के टाइम तो वो कहता है कि एक करैक्टर नूं कंट्रोल करने वाले दोनों फैक्टर्स सैग्रीगेट हो जाएंगे एट द टाइम ऑफ गैमीट फॉर्मेशन। ਇਹਦਾ मतलब पहला तो मैं इन्हां दी सैग्रीगेशन कर दिया, कैपिटल वाई मैं अलग रख लिया, स्मॉल वाई मैं अलग रख लिया, इन्हां दी मैं सैग्रीगेशन करती। ਹੁਣ ਜਿਹੜੀ ਦੂਸਰੀ ਗੱਲ ਹੈ ਕਿ ਹੁਣ ਅਸੀਂ ਇਹਦੀ ਸੈਗਰੀਗੇਸ਼ਨ ਕਰੀਏ, ਇਹਦੀ ਸੈਗਰੀਗੇਸ਼ਨ ਕਰਾਂਗੇ ਤਾਂ ਸਾਡੇ ਕੋਲੇ ਬਣ ਜਾਣਗੇ ਕੈਪੀਟਲ ਆਰ ਤੇ ਸਮਾਲ ਆਰ। ਬਟ ਇੱਥੇ ਇਹ ਥੋੜੀ ਜ਼ਰੂਰੀ ਹੈ ਕਿ ਕੈਪੀਟਲ ਆਰ ਜਿਹੜਾ ਹੈਗਾ ਉਹ ਕੈਪੀਟਲ ਵਾਈ ਨਾਲ ਹੀ ਜਾਊਗਾ। ਇਟ ਮੇ ਆਲਸੋ ਵੀ ਪੋਸੀਬਲ ਕਿ ਜਿਹੜਾ ਕੈਪੀਟਲ ਆਰ ਹੈਗਾ ਉਹ ਇਹਦੇ ਨਾਲ ਜਾਵੇ ਤੇ ਨਾਲ ਦੀ ਨਾਲ ਇਹ ਵੀ ਤਾਂ ਪੋਸੀਬਲ ਹੈ ਕਿ ਕੈਪੀਟਲ ਆਰ ਇਹਦੇ ਨਾਲ ਚਲੇ ਜਾਵੇ। ਦੋਨੋਂ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਹੈਗੀਆਂ ਨੇ। ਸਿਮਿਲਰਲੀ ਹੁਣ ਆਪਾਂ ਸਮੋਲ ਆਰ ਦੀ ਗੱਲ ਕਰੀਏ, ਸਮੋਲ ਆਰ ਨੂੰ ਜਦੋਂ ਅਸੀਂ ਲਿਖਾਂਗੇ ਤਾਂ ਇੱਥੇ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਕੋਲੇ ਕੈਪੀਟਲ ਵਾਈ ਹੈ, ਸਮੋਲ ਵਾਈ ਹੈ, ਇਹ ਸੈਗਰੀਗੇਟ ਹੋਏ ਨੇ। ਤਾਂ ਜਦੋਂ ਇਹ ਸੈਗਰੀਗੇਟ ਹੋਏ ਹੈ, ਇਸ ਤੋਂ ਬਾਅਦ ਦੇ ਵਿੱਚ ਕੈਪੀਟਲ ਆਰ ਅਤੇ ਸਮੋਲ ਆਰ ਨੇ ਸੈਗਰੀਗੇਟ ਹੋਣਾ ਹੈ, ਤਾਂ ਇਹ ਦੋਨਾਂ ਨਾਲ ਜਾ ਸਕਦਾ ਹੈ। ਸਮੋਲ ਆਰ ਜਿਹੜਾ ਹੈਗਾ ਇਹਦੇ ਨਾਲ ਵੀ ਜਾ ਸਕਦਾ ਅਤੇ ਇਹਦੇ ਨਾਲ ਵੀ ਜਾ ਸਕਦਾ, ਮਤਲਬ ਬਾਉਂਡਡ ਥੋੜ੍ਹੀ ਹੈ। ਕੈਪੀਟਲ ਆਰ ਇਜ਼ ਨੋਟ ਬਾਉਂਡਡ ਟੂ ਕੈਪੀਟਲ ਵਾਈ। ਯੈਲੋ ਕਲਰ ਆਫ ਕੋਆਰਡੀਨੇਟਨ ਹਮੇਸ਼ਾ ਰਾਊਂਡ ਕਲਰ ਆਫ ਰਾਊਂਡ ਸੀਡ ਦੇ ਨਾਲ ਬਾਉਂਡਡ ਨਹੀਂ ਹੈ, ਤਾਂ ਦੋਨੋਂ ਸੈਗਰੀਗੇਟ ਹੋ ਸਕਦੇ ਨੇ। ਇਟ ਮੀਨਸ ਜੇ ਮੈਂ ਇੱਥੇ ਗੈਮੀਟਸ ਦੀ ਗੱਲ ਕਰਾਂ ਤਾਂ ਮੇਰੇ ਕੋਲੇ ਗੈਮੀਟਸ ਜਿਹੜੇ ਹੈਗੇ ਨੇ ਉਹ 4 ਤਰ੍ਹਾਂ ਦੇ ਬਣਨਗੇ। ਸਭ ਤੋਂ ਪਹਿਲਾਂ ਤਾਂ ਜੇ ਕੋਈ ਬੱਚਾ ਇੱਥੇ ਗੈਮੀਟਸ ਇਹ ਬਣਾ ਆਉਂਦਾ ਹੈ, ਤਾਂ ਬਿਲਕੁਲ ਹੀ ਬੇਸਿਕ ਜਿਹੜੇ ਹੈਗੇ ਨੇ ਬੇਟਾ ਉਹ ਕਲੀਅਰ ਨਹੀਂ ਹੈਗੇ। ਜੇ ਕੋਈ ਬੱਚਾ ਇੱਥੇ ਗੈਮੀਟਸ ਜਿਹੜੇ ਹੈਗੇ ਨੇ ਬਣਾ ਦੂਗਾ, ਸਾਡੇ ਕੋਲੇ ਕੈਪੀਟਲ ਆਰ, ਸਮੋਲ ਆਰ, ਕੈਪੀਟਲ ਵਾਈ, ਸਮੋਲ ਵਾਈ, ਉਹ ਗੈਮੀਟ ਬਣਾ ਦੂਗਾ ਕਿ ਆਹ ਗੈਮੀਟ ਹੋ ਗਏ ਜੀ, ਇਹ ਤਾਂ ਬਿਲਕੁਲ ਹੀ ਗਲਤ ਹੋ ਗਿਆ ਕੰਮ। ਠੀਕ ਹੈ ਨਾ। ਸੋ ਸਾਨੂੰ ਚਾਹੀਦਾ ਕੀ ਹੈ, ਸੈਗਰੀਗੇਟ ਤਾਂ ਕਰਨੀ ਪਊਗੀ, ਬਟ ਇੱਥੇ ਸਿੰਪਲ ਸੈਗਰੀਗੇਸ਼ਨ ਨਹੀਂ, ਸੈਗਰੀਗੇਸ਼ਨ ਦੇ ਨਾਲ ਨਾਲ ਇੱਕ ਗੱਲ ਦਾ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਸੈਗਰੀਗੇਸ਼ਨ ਤਾਂ ਤੁਸੀਂ ਕਰ ਰਹੇ ਹੋ, ਕੈਪੀਟਲ ਆਰ, ਸਮੋਲ ਆਰ, ਕੈਪੀਟਲ ਵਾਈ, ਸਮੋਲ ਵਾਈ, ਸੈਗਰੀਗੇਟ ਤਾਂ ਕਰ ਰਹੇ ਹੋ। ਸੈਗਰੀਗੇਟ ਕਰਕੇ ਤੁਸੀਂ ਆਹ ਚੀਜ਼ਾਂ ਰੱਖਤੀਆਂ ਇੱਥੇ, ਪਰ ਸੈਗਰੀਗੇਟ ਕਰਨ ਤੋਂ ਬਾਅਦ ਦੇ ਵਿੱਚ ਇਹ ਵੀ ਤਾਂ ਦੇਖਣਾ ਕਿ ਕੈਪੀਟਲ ਆਰ ਦੇ ਕੋਲੇ ਜੇ ਕੈਪੀਟਲ ਵਾਈ ਨਾਲ ਜਾਣ ਦੇ ਚਾਂਸਸ ਨੇ, ਇਟ ਹੈਜ਼ ਇਕੁਅਲ ਚਾਂਸਸ ਟੂ ਗੋ ਵਿਦ ਸਮੋਲ ਵਾਈ ਆਲਸੋ। ਇਟ ਮੀਨਸ ਜੇ ਮੇਰੇ ਕੋਲ ਕੈਪੀਟਲ ਆਰ, ਕੈਪੀਟਲ ਵਾਈ ਇਹ ਬਣ ਰਹੇ ਨੇ ਗੈਮੀਟ, ਐਟ ਦਾ ਸੇਮ ਟਾਈਮ ਗੈਮੀਟ ਇਹ ਵੀ ਬਣ ਰਿਹਾ ਹੈ, ਦੈਨ ਮੇਰੇ ਕੋਲੇ ਜੇ ਇਹ ਕੈਪੀਟਲ ਵਾਈ ਨਾਲ ਜਾ ਰਿਹਾ ਐਟ ਦਾ ਸੇਮ ਟਾਈਮ ਇਟ ਮੇ ਆਲਸੋ ਗੋ ਵਿਦ ਸਮੋਲ ਵਾਈ। ਇਹਦਾ ਮਤਲਬ ਇਹ ਵੀ ਗੈਮੀਟਸ ਬਣ ਸਕਦੇ ਨੇ। ਇਟ ਮੀਨਸ 4 ਤਰ੍ਹਾਂ ਦੇ ਗੈਮੀਟਸ ਜਿਹੜੇ ਹੈਗੇ ਨੇ ਉਹਨਾਂ ਦੇ ਬਣਨ ਦੀ ਮੇਰੇ ਕੋਲੇ ਪੋਸੀਬਿਲਿਟੀ ਹੋ ਜਾਂਦੀ ਹੈ। ਇਹ ਚਾਰੋਂ ਤਰ੍ਹਾਂ ਦੇ ਗੈਮੀਟਸ ਨੂੰ ਆਪਣੇ ਮਾਈਂਡ ਦੇ ਵਿੱਚ ਰੱਖੋ, ਤੁਸੀਂ ਨਾਲ ਕਾਪੀ ਦੇ ਉੱਤੇ ਬਣਾ ਕੇ ਦੇਖੋ। ਸੋ ਜਿਹੜਾ ਹੁਣ ਕ੍ਰਾਸ ਮੈਂ ਤੁਹਾਨੂੰ ਦਿਖਾ ਰਿਹਾ ਉਹ ਕ੍ਰਾਸ ਤੁਸੀਂ ਪੂਰੇ ਦਾ ਪੂਰਾ ਕੰਬੀਨੇਸ਼ਨ ਆਪਣੇ ਆਪ 16 ਕੰਬੀਨੇਸ਼ਨ ਬਣਨਗੇ, ਸਾਰੇ ਬਣਾ ਕੇ ਦੇਖਣੇ, ਕਿਉਂਕਿ 4 ਗੈਮੀਟਸ ਜਿਹੜੇ ਹੈਗੇ ਨੇ। ਹੁਣ ਤੁਸੀਂ ਕੀ ਕਰਨਾ ਹੈ, ਪੁਨਿਟ ਸਕੁਏਅਰ ਬਣਾ ਲੈਣਾ, ਆਪਣੀ ਕਾਪੀ ਲਓ, ਪੁਨਿਟ ਸਕੁਏਅਰ ਬਣਾਓ, ਉਹਦੇ ਵਿੱਚ ਇੱਧਰ 4 ਗੈਮੀਟਸ ਲਿਖੋ, ਇਹ ਦੂਸਰਾ, ਇਹ ਤੀਸਰਾ, ਇਹ ਚੌਥਾ, ਇਹ। ਸਿਮਿਲਰਲੀ ਇੱਧਰ ਲਿਖੋ, ਇੱਧਰ ਲਿਖ ਕੇ ਇੱਦਾਂ ਬਾਕਸ ਬਣਾਓ, ਇੱਥੇ ਕੈਪੀਟਲ ਆਰ। ਇਹ ਸਾਰੇ ਲਿਖ ਲੈਣ ਤੋਂ ਬਾਅਦ ਦੇ ਵਿੱਚ ਆਪਣੇ ਕੰਬੀਨੇਸ਼ਨ ਬਣਾਓ, 16 ਦੇ 16 ਦਾ ਜਿਹੜਾ ਹੈਗਾ ਬਾਕਸ ਫਿਲ ਕਰੋ। ਜਦੋਂ ਤੁਸੀਂ 16 ਦੇ 16 ਦਾ ਫਿਲ ਕਰ ਲਓਗੇ ਤਾਂ ਤੁਹਾਡੇ ਕੋਲ ਕੁਛ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਊਗੀ। ਤੁਸੀਂ ਸਿੱਧਾ ਬਣਾਇਓ ਇਸ ਨੂੰ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਊਗੀ। ਜਦੋਂ ਇਹ ਸਿਚੁਏਸ਼ਨ ਆ ਗਈ ਤਾਂ ਤੁਸੀਂ ਹੁਣ ਉੱਥੇ ਫਾਈਂਡ ਆਊਟ ਕਰਨਾ ਹੈ ਆਪਣਾ ਲਾਅ ਆਫ ਡੋਮੀਨੈਂਸ ਲਾ ਕੇ, ਜਿਹੜਾ ਮੈਂ ਤੁਹਾਨੂੰ ਆਲਰੇਡੀ ਸਮਝਾਇਆ ਹੋਇਆ। ਤੁਹਾਡੇ ਕੋਲੇ ਜੇ ਇਸ ਤਰ੍ਹਾਂ ਦਾ ਆ ਗਿਆ ਤਾਂ ਤੁਸੀਂ ਲਾਅ ਆਫ ਡੋਮੀਨੈਂਸ ਲਾ ਕੇ ਦੇਖੋਗੇ ਕਿ ਇਹ ਯੈਲੋ ਐਂਡ ਰਾਊਂਡ ਆ ਗਿਆ। ਜੇ ਤੁਹਾਡੇ ਕੋਲੇ ਇਹ ਆ ਗਿਆ ਤਾਂ ਤੁਸੀਂ ਦੇਖੋ ਕਿ ਬਿਕੋਜ਼ ਆਫ ਕੈਪੀਟਲ ਵਾਈ ਦਿਸ ਇਜ਼ ਯੈਲੋ, ਅਤੇ ਇਹ ਕੀ ਆ ਗਿਆ, ਰਾਊਂਡ। ਜੇ ਤੁਹਾਡੇ ਕੋਲ ਇਹ ਆ ਗਿਆ ਤਾਂ ਤੁਸੀਂ ਦੇਖੋਗੇ ਕਿ ਇੱਥੇ ਕਲਰ ਵਾਲਾ ਜਿਹੜਾ ਹੈਗਾ ਉਹ ਗ੍ਰੀਨ ਹੈ, ਡੋਮੀਨੈਂਟ ਹੈ ਹੀ ਨਹੀਂ। ਜਦੋਂ ਡੋਮੀਨੈਂਟ ਹੈ ਨਹੀਂ ਤਾਂ ਇਹਦਾ ਮਤਲਬ ਗ੍ਰੀਨ ਐਕਸਪ੍ਰੈਸ ਕਰ ਜੂਗਾ। ਰਿਸੈਸਿਵ ਆਪਣੇ ਆਪ ਨੂੰ ਕਦੋਂ ਐਕਸਪ੍ਰੈਸ ਕਰੂਗਾ, ਜਦੋਂ ਉਹਦਾ ਡੋਮੀਨੈਂਟ ਨਹੀਂ ਹੈਗਾ ਤਾਂ ਇੱਥੇ ਇਹ ਐਕਸਪ੍ਰੈਸ ਕਰ ਜੂਗਾ, ਅਤੇ ਰਾਊਂਡ ਵਾਲਾ ਇੱਥੇ ਐਕਸਪ੍ਰੈਸ ਕਰੇ। ਬਟ ਇਨ ਦਿਸ ਕੇਸ
ਸਾਡੇ ਕੋਲੇ ਨਾ ਤਾਂ ਗ੍ਰੀਨ ਵਾਲਾ ਹੈ, ਨਾ ਤਾਂ ਯੈਲੋ ਕਲਰ ਵਾਲਾ ਹੈਗਾ ਅਤੇ ਨਾ ਹੀ ਰਾਊਂਡ ਸੀਡਸ ਵਾਲਾ ਹੈਗਾ। ਤਾਂ ਮਤਲਬ ਇਹ ਕੀ ਆ ਜਾਊਗਾ, ਗ੍ਰੀਨ ਐਂਡ ਰਿੰਕਲਡ। ਤਾਂ ਇਹ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਫਿਨੋਟਾਈਪ ਜਿਹੜੀ ਹੈਗੀ ਹੈ ਰੇਸ਼ੀਓ ਤੁਸੀਂ ਫਾਈਂਡ ਆਊਟ ਕਰਨੀ ਹੈ। ਜਦੋਂ ਫਿਨੋਟਿਪਿਕ ਰੇਸ਼ੀਓ ਤੁਸੀਂ ਫਾਈਂਡ ਆਊਟ ਕਰੋਗੇ ਦੈਨ ਯੂ ਵਿਲ ਗੈਟ ਦਾ ਆਨਸਰ ਤੁਹਾਡੇ ਕੋਲੇ ਕੀ ਆਊਗਾ ਕਿ ਇਹ ਸਾਡੇ ਕੋਲੇ ਆ ਰਹੇ ਨੇ ਇਨ ਦਾ ਰੇਸ਼ੀਓ ਆਫ 9:3:3:1। ਇਸ ਰੇਸ਼ੀਓ ਦੇ ਵਿੱਚ ਤੁਹਾਡੇ ਕੋਲੇ ਆ ਰਹੇ ਨੇ। 9 ਜਿਹੜੇ ਹੈਗੇ ਨੇ ਬੇਟਾ ਉਹ ਰਾਊਂਡ ਐਂਡ ਯੈਲੋ ਹੈਗੇ ਨੇ। ਉਸ ਤੋਂ ਬਾਅਦ ਦੇ ਵਿੱਚ ਬੇਟਾ ਜਿਹੜੇ ਹੈਗੇ ਨੇ ਉਹ 3 ਜਿਹੜੇ ਹੈਗੇ ਨੇ ਉਹ ਗ੍ਰੀਨ ਐਂਡ ਰਾਊਂਡ ਹੈਗੇ ਨੇ। 3 ਜਿਹੜੇ ਹੈਗੇ ਨੇ ਯੈਲੋ ਐਂਡ ਰਿੰਕਲਡ ਨੇ ਅਤੇ 1 ਜਿਹੜਾ ਹੈਗਾ ਉਹ ਕੀ ਹੈ, ਗ੍ਰੀਨ ਐਂਡ ਰਿੰਕਲਡ। ਤਾਂ ਇਹ ਕੰਬੀਨੇਸ਼ਨ ਜਿਹੜਾ ਹੈਗਾ ਬਟ ਆਪਣੇ ਕੋਲ ਜਿਹੜੀ ਹੈਗੀ F2 ਰੇਸ਼ੀਓ ਆ ਜੂਗੀ। ਸੋ ਦਿਸ ਇਜ਼ ਮੈਂਡਲਸ ਡਾਈ ਹਾਈਬ੍ਰਿਡ ਕ੍ਰਾਸ। ਸੋ ਮੈਂ ਉਮੀਦ ਕਰਦਾ ਕਿ ਹੁਣ ਤੱਕ ਮੈਂਡਲ ਦਾ ਡਾਈ ਹਾਈਬ੍ਰਿਡ ਕ੍ਰਾਸ ਤਾਂ ਸਮਝ ਲੱਗ ਗਿਆ ਹੋਊਗਾ। ਸਾਰਿਆਂ ਨੇ ਕਾਪੀ ਦੇ ਉੱਤੇ ਬਣਾ ਲੈਣਾ ਹੈ। ਜੇ ਮੈਂਡਲ ਦਾ ਡਾਈ ਹਾਈਬ੍ਰਿਡ ਕ੍ਰਾਸ ਸਮਝ ਲੱਗ ਗਿਆ ਤਾਂ ਹੁਣ ਗਾਹਾਂ ਦੀ ਗੱਲ, ਅੱਗੇ ਦੀ ਗੱਲ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਡਾਈ ਹਾਈਬ੍ਰਿਡ ਕ੍ਰਾਸ ਤੋਂ ਰਿਜ਼ਲਟ ਕੀ ਨਿਕਲਿਆ, ਕਨਕਲੂਡ ਕੀ ਕਰ ਸਕਦੇ ਹਾਂ ਅਸੀਂ ਡਾਈ ਹਾਈਬ੍ਰਿਡ ਕ੍ਰਾਸ ਤੋਂ। ਸੋ ਡਾਈ ਹਾਈਬ੍ਰਿਡ ਕ੍ਰਾਸ ਤੋਂ ਹੁਣ ਅਸੀਂ ਕਨਕਲੂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਕਨਕਲੂਡ ਕੀਤਾ ਕਿ ਇਨਹੈਰੀਟੈਂਸ ਆਫ ਕੋਟਿਲਿਡਨ ਕਲਰ ਇਜ਼ ਇੰਡੀਪੈਂਡੈਂਟ ਆਫ ਇਨਹੈਰੀਟੈਂਸ ਆਫ ਸੀਡ ਸ਼ੇਪ। ਇੰਡੀਪੈਂਡੈਂਟ ਹੋਣ ਦਾ ਮਤਲਬ ਇਹ ਹੋ ਗਿਆ ਕਿ ਕਿਤੇ ਵੀ ਸਾਨੂੰ ਇਹ ਗੱਲ ਨਹੀਂ ਮਹਿਸੂਸ ਹੋਈ ਹੈਗੀ ਕਿ ਜਿਹੜਾ ਰਾਊਂਡ ਸੀਡ ਸੀਗਾ ਉਹੀ ਯੈਲੋ ਹੋਊਗਾ। ਮਤਲਬ ਕਿ ਜਿਹੜਾ ਰਾਊਂਡ ਵਾਲਾ ਜਿਹੜਾ ਕਰੈਕਟਰ ਹੈਗਾ, ਸ਼ੇਪ ਆਫ ਸੀਡ ਵਾਲਾ ਕਰੈਕਟਰ ਹੈਗਾ, ਉਹਦਾ ਇਨਹੈਰੀਟੈਂਸ ਜਿਹੜਾ ਹੈਗਾ ਉਹ ਯੈਲੋ ਕਲਰ ਆਫ ਕੋਟਿਲਿਡਨ 'ਤੇ ਡਿਪੈਂਡ ਨਹੀਂ ਕਰ ਰਿਹਾ, ਇੰਡੀਪੈਂਡੈਂਟ ਹੈ। ਸਿਮਿਲਰਲੀ ਜੇ ਪੇਰੈਂਟਸ ਦੇ ਵਿੱਚ ਮੈਂ ਇਹ ਗੱਲ ਲੈ ਕੇ ਚੱਲਿਆ ਸੀ ਕਿ ਸਾਡੇ ਕੋਲ ਰਿੰਕਲਡ ਸੀਡਸ ਨੇ ਅਤੇ ਨਾਲ ਉਹ ਗ੍ਰੀਨ ਨੇ, ਤਾਂ ਕਿਤੇ ਮੈਂ ਸੋਚਿਆ ਹੋਵੇ ਕਿ ਗ੍ਰੀਨ ਅਤੇ ਰਿੰਕਲਡ ਹਮੇਸ਼ਾ ਇਕੱਠੇ ਰਹਿਣਗੇ। ਇਹ ਹਮੇਸ਼ਾ ਇਕੱਠੇ ਨਹੀਂ ਰਹੇ। ਰਿੰਕਲਡ ਦਾ ਕਰੈਕਟਰ ਹਮੇਸ਼ਾ ਗ੍ਰੀਨ ਕਲਰ ਆਫ ਕੋਟਿਲਿਡਨ ਦੇ ਉੱਤੇ ਡਿਪੈਂਡ ਨਹੀਂ ਕੀਤਾ, ਉਹ ਇੱਕ ਦੂਸਰੇ ਤੋਂ ਇੰਡੀਪੈਂਡੈਂਟ ਗਏ ਨੇ। ਸੋ ਮੈਂ ਗੱਲ ਕਰ ਰਿਹਾ ਕਿ ਇਨਹੈਰੀਟੈਂਸ ਆਫ ਕੋਟਿਲਿਡਨ ਕਲਰ ਇਜ਼ ਇੰਡੀਪੈਂਡੈਂਟ ਆਫ ਇਨਹੈਰੀਟੈਂਸ ਆਫ ਸੀਡ ਸ਼ੇਪ। ਜੇ ਇਹ ਇੰਡੀਪੈਂਡੈਂਟ ਸੀਗੇ ਇਸੇ ਕਰਕੇ ਹੀ ਆਪਣੇ ਕੋਲ ਇਹ ਕੰਬੀਨੇਸ਼ਨਸ ਬਣੇ ਸੀ। ਇੱਥੇ ਜੋ ਇਹ 2 ਰਿਕੰਬੀਨੈਂਟ ਬਣੇ ਸੀ ਇਸੇ ਕਰਕੇ ਬਣੇ ਸੀ ਕਿ ਇਨਹੈਰੀਟੈਂਸ ਆਫ ਰਾਊਂਡ ਜਿਹੜਾ ਹੈਗਾ ਉਹ ਹਮੇਸ਼ਾ ਯੈਲੋ ਦੇ ਉੱਤੇ ਡਿਪੈਂਡ ਨਹੀਂ ਸੀ ਕਰ ਰਿਹਾ। ਸੋ ਇਹਨੇ ਕਨਕਲੂਡ ਕੀਤਾ। ਇਸ ਕਨਕਲੂਜ਼ਨ ਤੋਂ ਬਣਦਾ ਹੈ ਮੈਂਡਲਸ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ। ਅਕੋਰਡਿੰਗ ਟੂ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ, ਜਦੋਂ ਗੈਮੀਟ ਫਾਰਮੇਸ਼ਨ ਹੋਣੀ ਹੈ ਤਾਂ ਉਦੋਂ ਐਲੀਲਸ ਦੀ ਸੈਗਰੀਗੇਸ਼ਨ ਹੋਣੀ ਹੈ। ਉਹ ਸੈਗਰੀਗੇਸ਼ਨ ਇਸ ਤਰੀਕੇ ਨਾਲ ਹੋਣੀ ਹੈ ਕਿ 1 ਐਲੀਲਿਕ ਪੇਅਰ ਇਜ਼ ਇੰਡੀਪੈਂਡੈਂਟ ਆਫ ਦਾ ਸੈਗਰੀਗੇਸ਼ਨ ਆਫ ਅਨਦਰ। ਤਾਂ ਜਿਹੜੀ ਗੱਲ ਮੈਂ ਇੱਥੇ ਵਾਰ-ਵਾਰ ਕ੍ਰਾਸ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਡੇ ਕੋਲੇ ਇਸ ਤਰੀਕੇ ਨਾਲ ਹੈ ਕਿ ਕੈਪੀਟਲ R ਕੈਪੀਟਲ Y ਜਿਹੜਾ ਹੈਗਾ ਸਮਾਲ r ਸਮਾਲ y ਇਹ ਹੈ। ਤਾਂ ਇੱਥੇ ਕੈਪੀਟਲ R ਕੈਨ ਗੋ ਵਿਦ ਸਮਾਲ y ਐਜ਼ ਵੈਲ ਐਜ਼ ਇਟ ਕੈਨ ਗੋ ਵਿਦ ਕੈਪੀਟਲ Y ਆਲਸੋ। ਇਟ ਮੀਨਸ ਜਿਹੜੀ ਸੈਗਰੀਗੇਸ਼ਨ ਹੈਗੀ ਆ ਉਹ ਇੱਕ ਪੇਅਰ ਦੀ ਦੈਟ ਇਜ਼ ਕੰਪਲੀਟਲੀ ਇੰਡੀਪੈਂਡੈਂਟ ਆਫ ਸੈਗਰੀਗੇਸ਼ਨ ਆਫ ਅਨਦਰ ਐਲੀਲਿਕ ਪੇਅਰ। ਸੋ ਇਹ ਸੀਗਾ ਮੈਂਡਲਸ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ। ਮੈਂ ਉਮੀਦ ਕਰਦਾ ਕਿ ਸਮਝ ਲੱਗ ਗਈ ਹੋਊਗੀ। ਡੈਫੀਨੇਸ਼ਨ ਹੈ, ਬੁੱਕ ਦੇ ਵਿੱਚੋਂ ਦੁਬਾਰਾ ਡੈਫੀਨੇਸ਼ਨ ਨੂੰ ਪੜ੍ਹੋਗੇ। ਮੇਰਾ ਕੰਮ ਇੱਥੇ ਤੁਹਾਨੂੰ ਸਮਝਾਉਣ ਦਾ ਸੀ। ਡਾਈ ਹਾਈਬ੍ਰਿਡ ਕ੍ਰਾਸ ਨੂੰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਬੜੀ ਡਿਟੇਲ ਦੇ ਵਿੱਚ ਜਾ ਕੇ, ਬੜਾ ਹੌਲੀ ਹੌਲੀ 2-3 ਐਗਜ਼ਾਮਪਲਸ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪੂਰਾ ਡਾਈ ਹਾਈਬ੍ਰਿਡ ਕ੍ਰਾਸ ਜੇ ਸਮਝ ਲੱਗ ਗਿਆ ਤਾਂ ਮੈਂਡਲਸ ਜਿਹੜਾ ਹੈ ਆਪਣੇ ਕੋਲੇ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਤੁਹਾਡੇ ਕੋਲੇ ਬੁੱਕਸ ਨੇ, ਨਾਲ ਉਹਨਾਂ ਦੀ ਵੀ ਨਾਲ ਹੈਲਪ ਲੈਣੀ ਆ। ਉੱਥੋਂ ਡੈਫੀਨੇਸ਼ਨ ਨੂੰ ਪੜ੍ਹੋ। ਜੇ ਕੋਈ ਵੀ ਗੱਲ ਨਹੀਂ ਸਮਝ ਲੱਗੀ ਤਾਂ ਮੇਰੇ ਤੋਂ ਤੁਸੀਂ ਜਿਹੜਾ ਹੈਗਾ ਉਹ WhatsApp ਦੇ ਥਰੂ ਆਪਣਾ ਜਿਹੜਾ ਹੈਗਾ ਪੁੱਛ ਸਕਦੇ ਹੋ। ਮੈਂ ਤੁਹਾਡੀ ਕੁਐਰੀ ਜਿਹੜੀ ਹੈਗੀ ਉਹ ਕਲੀਅਰ ਕਰੂੰਗਾ, ਜ਼ਰੂਰ ਰਿਪਲਾਈ ਕਰੂੰਗਾ ਉਸ ਗੱਲ ਨੂੰ। ਸੋ ਇਹ ਮੈਂਡਲਸ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਸੀ। ਅਸੀਂ ਬੇਟਾ ਹੁਣ ਤੱਕ ਮੈਂਡਲ ਦੇ 4 ਲਾਅਜ਼ ਕਰ ਲਏ ਆ, ਜਿਹਦੇ ਵਿੱਚ ਮੈਂਡਲਸ ਲਾਅ ਆਫ ਪੇਅਰਡ ਫੈਕਟਰਸ ਆ ਗਿਆ, ਮੈਂਡਲਸ ਲਾਅ ਆਫ ਡੋਮੀਨੈਂਸ ਆ ਗਿਆ, ਦੈਨ ਲਾਅ ਆਫ ਸੈਗਰੀਗੇਸ਼ਨ ਆ ਗਿਆ, ਦੈਨ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਆ ਗਿਆ। ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਤੱਕ ਤੁਸੀਂ ਅੱਜ ਇੱਥੇ ਕਰ ਲਓ। ਇਸ ਤੋਂ ਫਰਦਰ ਜਿਹੜੇ ਕੁਝ ਟੌਪਿਕਸ ਹੋਰ ਰਹਿੰਦੇ ਆ ਉਹ ਮੈਂ ਕੱਲ੍ਹ ਦੇ ਲੈਕਚਰ ਦੇ ਵਿੱਚ ਕਰਵਾਊਂਗਾ। ਅੱਜ ਦੇ ਲਈ ਇੰਨਾ ਹੀ ਬਹੁਤ ਹੈ। ਸੋ ਸਾਰੇ ਸਟੂਡੈਂਟਸ ਨੇ ਧਿਆਨ ਨਾਲ ਪੜ੍ਹਨਾ ਹੈ, ਆਪਣੇ ਨੋਟਸ ਬਣਾ ਲੈਣੇ ਆ। ਹੁਣ ਤੁਹਾਡੇ ਚਾਰੋਂ ਮੈਂਡਲ ਦੇ ਲਾਅਸ ਕਲੀਅਰ ਨੇ। ਮੈਂਡਲਿਜ਼ਮ ਆਪਣਾ ਆਲਮੋਸਟ ਕੰਪਲੀਟ ਹੈ। ਕੋਈ ਛੋਟਾ ਮੋਟਾ ਟੌਪਿਕ ਇਸ ਦੇ ਨਾਲ ਰਿਲੇਟਡ ਰਹਿੰਦਾ ਹੈ। ਇਸ ਤੋਂ ਬਾਅਦ ਦੇ ਵਿੱਚ ਅਸੀਂ ਪੋਸਟ ਮੈਂਡੇਲੀਅਨ ਚੇਂਜਸ ਸਟੱਡੀ ਕਰਾਂਗੇ, ਪਰ ਉਹ ਸਮਝ ਤਾਂ ਹੀ ਲੱਗਣਗੀਆਂ ਜੇ ਸਾਨੂੰ ਮੈਂਡਲ ਧਿਆਨ ਨਾਲ ਆਉਂਦਾ ਹੈ, ਮੈਂਡਲ ਵਧੀਆ ਤਰੀਕੇ ਨਾਲ ਆਉਂਦਾ ਹੈ। ਇਸ ਕਰਕੇ ਮੈਂਡਲਸ ਜਿੰਨੇ ਵੀ ਲਾਅਜ਼ ਹੈਗੇ ਨੇ, ਚਾਰੋਂ ਲਾਅਜ਼ ਬੜੇ ਵਧੀਆ ਤਰੀਕੇ ਨਾਲ ਤੁਹਾਡੇ ਮੈਂ ਕਰਵਾਏ ਹੈ ਤਿਆਰ।
ਆਪਣੇ ਘਰੇ ਬੈਠੋ, ਆਰਾਮ ਨਾਲ ਇਹਨਾਂ ਦੇ ਨੋਟਸ ਬਣਾਓ ਅਤੇ ਇਹਨਾਂ ਨੂੰ ਜਿਹੜੇ ਹੈਗੇ ਨੇ ਵਾਰ-ਵਾਰ ਟੈਸਟ ਜਿਹੜੇ ਕ੍ਰੋਸ ਕਰਕੇ ਦੇਖੋ। ਫਿਰ ਆਪਾਂ ਫਰਦਰ ਅੱਗੇ ਜਿਹੜਾ ਨੈਕਸਟ ਟੌਪਿਕ ਲਵਾਂਗੇ, ਪੋਸਟ ਮੈਂਡੇਲੀਅਨ ਚੇਂਜਸ। ਥੈਂਕ ਯੂ ਵੈਰੀ ਮੱਚ।